ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਗੱਲਬਾਤ ਕਰਨੀ ਹੈ ਕੋਵਿਡ-19 ਬਾਰੇ। ਕੋਵਿਡ-19 ਬਾਰੇ ਬਹੁਤ ਸਾਰੀਆਂ ਖਬਰਾਂ ਆਈਆਂ। ਤੁਹਾਨੂੰ ਪਤਾ ਕਿ ਖਬਰਾਂ ਸਵੇਰ ਦੀਆਂ ਕੱਲ੍ਹ ਦੀਆਂ ਦਰਅਸਲ ਚੱਲ ਰਹੀਆਂ ਕਿ ਯੂਕੇ ਦੇ ਵਿੱਚ ਵਾਇਰਸ ਦਾ ਕੋਈ ਨਵਾਂ ਰੂਪ ਸਾਹਮਣੇ ਆਇਆ। ਬਹੁਤ ਸਾਰੇ ਦੇਸ਼ਾਂ ਨੇ ਫਲਾਈਟਾਂ ਬੰਦ ਕਰ ਦਿੱਤੀਆਂ। ਕੈਨੇਡਾ ਨੇ ਵੀ ਫਲਾਈਟਾਂ ਬੰਦ ਕਰ ਦਿੱਤੀਆਂ ਯੂਕੇ ਨੂੰ। ਉੱਧਰੋਂ ਇੰਡੀਆ ਦੇ ਵਿੱਚ ਵੀ ਆਉਣ ਵਾਲੀਆਂ ਜਾਣ ਵਾਲੀਆਂ ਯੂਕੇ ਨੂੰ ਸਾਰੀਆਂ ਫਲਾਈਟਸ ਜਿਹੜੀਆਂ ਬੰਦ ਹੋ ਗਈਆਂ। ਕੁਝ ਦੇਸ਼ਾਂ ਨੇ ਟੋਟਲੀ ਫਲਾਈਟਸ ਬੰਦ ਕਰ ਦਿੱਤੀਆਂ ਵੀ ਨਾ ਉਹਨਾਂ ਦੇ ਦੇਸ਼ 'ਚੋਂ ਕਿਤੇ ਜਾਊਗੀ ਤੇ ਨਾ ਉਹਨਾਂ ਦੇ ਦੇਸ਼ 'ਚੋਂ ਫਲਾਈਟ ਕਿਤੇ ਆਊਗੀ। ਸੋ ਇਹ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਡਰ, ਉਸੇ ਤਰ੍ਹਾਂ ਦਾ ਸਹਿਮ ਬਣਦਾ ਜਾ ਰਿਹਾ ਜਿਸ ਤਰ੍ਹਾਂ ਦਾ ਕੋਵਿਡ ਸ਼ੁਰੂ ਹੋਣ ਵੇਲੇ ਸੀ। ਹੁਣ ਜਦੋਂ ਕਿ ਸਾਲ ਖਤਮ ਹੋਣ ਜਾ ਰਿਹਾ, ਵੈਕਸੀਨ ਆ ਗਈ ਆ, ਹੋਰ ਵੈਕਸੀਨ ਆ ਰਹੀ, ਵੈਕਸੀਨ ਲੱਗ ਰਹੀ ਆ, ਬੜੀ ਇੱਕ ਆਸ ਆਈ ਸੀ, ਤਾਂ ਉਸ ਵੇਲੇ ਅਚਾਨਕ ਇੱਕ ਖਲਬਲੀ ਜੀ ਦੁਨੀਆ ਦੇ ਵਿੱਚ ਮਚ ਗਈ ਆ। ਸੈਂਸੈਕਸ ਥੱਲੇ ਗਿਆ, ਬਹੁਤ ਬਦਲਾਅ ਆਏ ਆ ਕਿ ਇੱਕ ਨਵੀਂ ਵਾਇਰਸ ਦੀ ਕਿਸਮ ਪੈਦਾ ਹੋ ਗਈ ਹੈ ਜਿਹੜੀ ਪਹਿਲੇ ਨਾਲੋਂ ਤੇਜ਼ੀ ਨਾਲ ਫੈਲ ਰਹੀ ਹੈ। ਇਹ ਕਿਸਮ ਕਿਹੜੀ ਹੈ, ਹੁਣ ਇਹ ਤੋਂ ਬਾਅਦ ਕੀ ਹੋਊਗਾ, ਅਜੇ ਤਾਂ ਪਹਿਲੀ ਨੇ ਖਹਿੜਾ ਨਹੀਂ ਛੱਡਿਆ। ਇਹ ਕੋਈ ਨਵੀਂ ਵੇਵ ਆ, ਇਹਦਾ ਆਉਣ ਵਾਲੇ ਸਮੇਂ 'ਚ ਬਣਨਾ ਕੀ ਆ, ਜਿਹੜੀ ਪਹਿਲਾਂ ਵੈਕਸੀਨ ਬਣ ਗਈ ਜਾਂ ਜਿਹੜੀ ਬਣ ਰਹੀ ਹੈ ਕੀ ਇਹਦੇ 'ਤੇ ਇਫੈਕਟਿਵ ਹੋਊਗੀ, ਜਾਂ ਇਹਨੂੰ ਇਹ ਸਟ੍ਰੇਨ ਸੁਣਦੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਵਾਇਰਸ ਮਿਲਿਆ ਥੋੜ੍ਹਾ ਜਿਹਾ ਵੀ ਇਹ ਫਿਰ ਗੱਲਬਾਤ ਉਸੇ ਤਰ੍ਹਾਂ ਇੱਕ ਸਾਈਕਲ ਸ਼ੁਰੂ ਹੋ ਗਿਆ ਜਿਹਨੇ ਫਿਰ 1 ਸਾਲ ਲੈਣਾ। ਇਹ ਹੈ ਕੀ ਅਸਲ ਦੇ ਵਿੱਚ, ਇਹਦੇ ਬਾਰੇ ਆਪਾਂ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਖਾਸ ਤੌਰ 'ਤੇ ਪਹੁੰਚੇ ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਕੋਲ। ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਜੀ ਆਇਆਂ ਨੂੰ। ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ, ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਹ ਕੀ ਹੈ ਜੀ? ਇਹ ਦੇਖੋ, ਇਹਨੂੰ ਆਪਾਂ ਮਿਊਟੇਸ਼ਨ ਕਹਿੰਦੇ ਹਾਂ। ਮਿਊਟੇਸ਼ਨ ਮੀਨਸ ਜਿਹੜਾ ਵਾਇਰਸ ਹੈ ਆਪਣਾ ਥੋੜ੍ਹਾ ਜਿਹਾ ਜੈਨੇਟਿਕ ਸਟਰਕਚਰ ਮਾੜਾ ਜਿਹਾ ਚੇਂਜ ਕਰ ਲੈਂਦਾ। ਅੱਛਾ ਜੀ। ਔਰ ਇਹ ਸਾਨੂੰ ਪਤਾ ਹੈ ਸਾਰੇ ਵਾਇਰਸਿਸ ਕਰਦੇ ਆ ਜੀ, ਭਾਵੇਂ ਫਲੂ ਦਾ ਵਾਇਰਸ ਆ, ਹੈਪੇਟਾਈਟਿਸ ਦਾ, HIV ਦਾ। ਔਰ ਜਦੋਂ ਆਪਾਂ ਕੋਵਿਡ ਦੀ ਗੱਲਬਾਤ ਹੁਣ ਲਗਭਗ ਸਾਲ ਹੀ ਹੋ ਚੱਲਿਆ ਆਪਾਂ ਕਰਦੇ ਨੂੰ, ਜਿਹੜਾ ਪਹਿਲਾ ਵਾਇਰਸ ਚਾਈਨਾ ਤੋਂ ਵੂਹਾਨ ਤੋਂ ਤੁਰਿਆ ਸੀ ਉਹਦੇ 17 ਮਿਊਟੇਸ਼ਨ ਹੋ ਚੁੱਕੇ ਆ। ਸੋ ਇਹ ਪਹਿਲਾ ਮਿਊਟੇਸ਼ਨ ਨਹੀਂ ਹੈਗਾ। ਹੁਣ ਇਹ ਮਿਊਟੇਸ਼ਨ ਜਿਹੜਾ ਹੈਗਾ, ਜਿਹੜੀ ਸਪਾਈਕ ਪ੍ਰੋਟੀਨ ਆ ਜਿਹਦੇ ਤੋਂ ਉਹਨੇ ਲੌਕ ਕਰਨਾ ਸਾਡੇ ਸੈੱਲ 'ਚ, ਮਾੜਾ ਜਿਹਾ ਉੱਥੇ ਤਬਦੀਲੀ ਹੋਈ ਆ। ਉਹ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਵੀ ਸਾਡੇ ਜਿਹੜੇ ਨਾ ਜੈਨੇਟਿਕ ਕੋਡਿੰਗ ਹੁੰਦੀ ਆ ਉਹ ਹੁੰਦੀ ਹੈ ਐਡੀਨੋਸਿਨ, ਸਾਈਟੋਸਿਨ, ਥਾਇਮਿਨ ਤੇ ਗੁਆਨਿਨ। ਉਹਦਾ ਇੱਕ ਪੈਟਰਨ ਹੁੰਦਾ, ਉਹ 'ਚ ਮਾੜਾ ਜਿਹਾ ਇੱਕ ਵੀ ਇੱਥੇ ਉੱਥੇ ਹੋ ਗਿਆ ਉਹਨੂੰ ਮਿਊਟੇਸ਼ਨ ਕਹਿੰਦੇ ਆ। ਔਰ ਕਈ ਵਾਰ ਨੈਚੁਰਲੀ ਵੀ ਇਨਸਾਨਾਂ 'ਚ ਵੀ ਮਿਊਟੇਸ਼ਨ ਹੁੰਦਾ, ਇੱਦਾਂ ਨਹੀਂ ਵੀ ਨਹੀਂ, ਕੋਈ ਵੀ ਜੀਵ ਜੰਤੂ ਹੈਗਾ ਉਹ 'ਚ ਮਿਊਟੇਸ਼ਨ ਹੋ ਸਕਦਾ। ਵਾਇਰਸ ਬੜਾ ਚਲਾਕ ਆ, ਉਹ ਮਿਊਟੇਸ਼ਨ ਇਸ ਲਈ ਕਰਦਾ ਵੀ ਮੈਂ ਆਪਣੀ ਮਾਰ ਸਭ ਤੋਂ ਜ਼ਿਆਦਾ ਕਰ ਸਕਾਂ, ਸਭ ਤੋਂ ਜ਼ਿਆਦਾ ਇਨਫੈਕਸ਼ਨ ਕਰ ਸਕਾਂ, ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਪ੍ਰੋਡਿਊਸ ਕਰ ਸਕਾਂ। ਕਿਉਂਕਿ ਆਪਣੇ ਆਪ 'ਚ ਸਮਰੱਥ ਆ, ਉਹਨੂੰ ਸੈੱਲ ਚਾਹੀਦਾ, ਭਾਵੇਂ ਹਿਊਮਨ ਸੈੱਲ ਹੋਏ, ਐਨੀਮਲ ਸੈੱਲ ਹੋਏ, ਬਰਡਸ ਦਾ ਹੋਏ, ਮੱਛੀ ਦਾ ਹੋਏ, ਦਰਖਤ ਦਾ ਹੋਏ, ਜਿਹਦੇ 'ਚੋਂ ਆਪਣੇ ਆਪ ਨੂੰ ਬੜੀ ਵੱਡੀ ਤਾਦਾਦ 'ਚ ਰਿਪਰੋਡਿਊਸ ਕਰ ਸਕਦਾ। ਸੋ ਕੋਈ ਮਿਊਟੇਸ਼ਨ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਵਾਇਰਸ ਸਰਵਾਈਵਲ ਮੋਡ ਹੈਗਾ। ਔਰ ਅਸੀਂ ਹਮੇਸ਼ਾ ਦੇਖਦੇ ਹਾਂ, ਤੁਸੀਂ ਦੇਖੋ ਇੱਕ ਮਿਊਟੇਸ਼ਨ ਦਾ ਹੀ ਇੱਕ ਮੁਜੱਸਮਾ ਵੀ ਹਰ ਸਾਲ ਸਾਨੂੰ ਫਲੂ ਸ਼ਾਟ ਲਾਉਣਾ ਪੈਂਦਾ, ਕਿਉਂਕਿ ਉਹ ਵੀ ਆਪਣਾ ਜੈਨੇਟਿਕ ਸਟਰਕਚਰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ। ਉਸ ਹਿਸਾਬ ਦੇ ਨਾਲ ਅਸੀਂ ਵੈਕਸੀਨ ਵੀ ਡਿਵੈਲਪ ਕਰਦੇ ਹਾਂ। ਹੁਣ ਜਿਹੜੀ ਇਹ ਸਟ੍ਰੇਨ ਆ, ਇਹਦੇ ਜਿਹੜਾ ਨਾਂ ਚਲੋ ਮੈਂ ਕਹਿ ਦਿੰਦਾ B117 ਕਹਿ ਲਓ, B ਮੀਨਸ ਬ੍ਰਿਟਿਸ਼, 117 ਕਹਿ ਲਓ, 17 ਮਿਊਟੇਸ਼ਨਸ ਹੈਗੀਆਂ। ਸੋ B117 ਇਹਦਾ ਨਾਂ ਪਾ ਦਿੱਤਾ। ਜਿੱਦਾਂ ਆਪਾਂ ਕੋਵਿਡ ਦਾ 19 ਪਾਇਆ ਸੀ, 2019 'ਚ ਹੋਇਆ ਸੀ, ਹੈ ਨਾ। ਹੁਣ ਇਹ ਜਿਹੜਾ ਹੈਗਾ ਕੈਂਟ ਕਰਕੇ ਉਹਨਾਂ ਦਾ ਏਰੀਆ, ਉਹ ਸਪਟੰਬਰ ਦੇ ਐਂਡ 'ਚ ਕੁਛ ਇੱਕ ਉਹਨਾਂ ਨੂੰ ਮਿਲ ਰਹੇ ਸੀ ਸੈਂਪਲ ਇਹਦੇ। ਸੋ ਸੋਚਿਆ ਠੀਕ ਹੈ ਇਸ ਇਲਾਕੇ 'ਚ ਹੋ ਰਿਹਾ ਹੋਊਗਾ, ਹੈ ਨਾ। ਮਿਊਟੇਸ਼ਨਸ ਤੁਸੀਂ ਜਦੋਂ ਚੈੱਕ ਕਰਦੇ ਜੈਨੇਟਿਕਲੀ, ਸਾਰੀ ਕੰਟਰੀਆਂ ਨਹੀਂ ਕਰਦੀਆਂ, ਰਿਚ ਕੰਟਰੀਆਂ ਕੋਈ ਸਮੱਗਰੀ ਹੁੰਦੀ ਹੈ ਕਿਉਂਕਿ ਇਹ 'ਚ ਪੈਸੇ ਬਹੁਤ ਲੱਗਦੇ ਆ ਰਿਸਰਚ ਐਂਡ ਡਿਵੈਲਪਮੈਂਟ 'ਚ। ਹੁਣ ਇਸ ਵੇਲੇ ਸਾਊਥ ਈਸਟ ਜਿਹੜਾ ਇੰਗਲੈਂਡ ਹੈਗਾ ਜਾਂ ਲੰਡਨ ਹੈਗਾ, ਉਹ 'ਚ 70% ਜਿਹੜੇ ਕੋਵਿਡ ਦੇ ਨਵੇਂ ਮਾਮਲੇ ਆ ਰਹੇ ਉਹ ਇਸ ਕਿਸਮ ਦੇ ਹੈਗੇ। ਸੋ ਇਹ ਵਾਇਰਸ ਹੁਣ ਡੋਮੀਨੈਂਟ ਵਾਇਰਸ ਹੋ ਗਿਆ। ਜਿਹੜਾ ਕੋਵਿਡ-19 ਦਾ ਵਾਇਰਸ ਸੀ ਉਹਦੇ 30% ਆ ਰਹੇ, 70% ਇਹਦੇ ਆ ਰਹੇ। ਹੁਣ ਕਿਉਂ ਆ ਰਹੇ? ਕਿਉਂਕਿ ਇਹ ਬਹੁਤ ਇੱਕ ਦੂਜੇ ਨੂੰ ਬੜੀ ਤੇਜ਼ੀ ਦੇ ਨਾਲ ਫੈਲਦਾ। ਤੁਸੀਂ ਦੇਖੋ ਜਿਹੜਾ UK ਉਹਦੇ 'ਚ ਗਾਈਡਲਾਈਨ 1 ਮੀਟਰ ਦੀ ਹੈ, 1 ਮੀਟਰ ਮੀਨਸ 3 ਫੁੱਟ। ਉਹਨਾਂ ਨੇ 6 ਫੁੱਟ ਦੀ ਰੱਖੀ ਨਹੀਂ ਸੀ, ਅਸੀਂ ਤਾਂ 6 ਤੋਂ 8 ਫੁੱਟ ਕਰਦੇ ਹਾਂ। ਸਾਡਾ ਕੰਟਰੀ ਜਿਹੜਾ ਇੰਨਾ ਵੱਡਾ ਹੈ ਨਾ, ਰੂਮ ਇੰਨੇ ਵੱਡੇ ਆ, ਰੋਡਾਂ ਵੱਡੀਆਂ, ਘਰ ਵੱਡੇ ਆ, ਇਸ ਲਈ ਅਸੀਂ ਗਾਈਡਲਾਈਨ ਵੀ ਵੱਡੀਆਂ ਰੱਖੀਆਂ ਨਾ। ਸੋ ਉਹਨਾਂ ਦੀ ਗਾਈਡਲਾਈਨਸ 1 ਮੀਟਰ ਦੀ ਸੀ। ਹੁਣ ਇਹਦੇ ਵਿੱਚ ਡਰਨ ਦੀ ਲੋੜ ਨਹੀਂ ਹੈਗੀ, ਹਾਲਾਂਕਿ ਇਹ ਬਹੁਤ ਫਾਸਟ ਸਪਰੈਡ ਹੁੰਦਾ, ਲੇਕਿਨ ਇਹ ਕੋਈ ਜ਼ਿਆਦਾ ਵਿਅਕਤੀ ਹਸਪਤਾਲ ਨਹੀਂ ਭੇਜ ਰਿਹਾ, ਕੋਈ ਜ਼ਿਆਦਾ ਵਿਅਕਤੀ ICU ਨਹੀਂ ਭੇਜ ਰਿਹਾ, ਕੋਈ ਜ਼ਿਆਦਾ ਵਿਅਕਤੀ ਇਹ ਤੋਂ ਮਰ ਨਹੀਂ ਰਹੇ। ਓਨਾ ਕੀ ਹੈਗੀ ਇਹਦੀ ਮੋਰਟੈਲਿਟੀ ਦੀ ਦਰ ਜਿੰਨਾ ਪੁਰਾਣਾ ਕੋਵਿਡ ਵਾਇਰਸ ਦਾ ਸੀ। ਦੂਜਾ ਹੈਗਾ ਵੀ ਇਸ ਵੇਲੇ 40 ਮੁਲਕਾਂ ਨੇ ਫਲਾਈਟਾਂ ਸਥਗਿਤ ਕਰ ਦਿੱਤੀਆਂ।
ਆਸਟ੍ਰੇਲੀਆ 'ਚ ਵੀ ਇਹਦੇ ਸਟ੍ਰੇਨ ਪਾਏ ਗਏ, ਸਾਊਥ ਅਫਰੀਕਾ 'ਚ ਵੀ ਪਾਏ ਗਏ। ਕੱਲ ਮੇਰਾ ਦੋਸਤ ਹੈਗਾ ਸੀ ਜਿਹੜਾ ਮੇਰੇ ਨਾਲ ਪੜ੍ਹਦਾ ਸੀ ਬੰਬੇ, ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀ। ਉਹ ਕਹਿੰਦਾ ਵੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਵੀ ਮਿਊਟੇਸ਼ਨ ਹੀ ਹੈਗਾ। ਲੇਕਿਨ ਉਹ ਹੁਣ ਐਡਲਟਸ ਔਰ ਬੱਚਿਆਂ 'ਚ ਵੀ ਦੇਖ ਰਿਹਾ, ਜਿਸ 'ਚ ਪੁਰਾਣਾ ਕੋਵਿਡ ਵਾਇਰਸ ਬਹੁਤ ਘੱਟ ਹੁੰਦਾ। ਸੋ ਇਹ ਸ਼ਾਇਦ ਇਹ ਬਹੁਤ ਈਜ਼ਲੀ ਸਪਰੈਡ ਹੋ ਰਿਹਾ ਪਰਿਵਾਰਾਂ ਦੇ ਵਿੱਚ। ਔਰ ਟ੍ਰੈਡੀਸ਼ਨਲੀ ਤੁਸੀਂ ਦੇਖੋ ਹੁਣ ਯੂਕੇ ਔਰ ਅੱਜ ਤਾਂ ਸਨੋ ਪਈ ਆ, ਕੈਨੇਡਾ ਇੱਥੇ BC ਸਰੀ ਦੇ ਵਿੱਚ ਇਹ ਠੰਡੇ ਮੌਸਮ ਹੈਗੇ, ਇਹ 'ਚ ਸਾਨੂੰ ਘਰਾਂ 'ਚ ਰਹਿਣਾ ਪੈਂਦਾ ਔਰ ਬਹੁਤ ਈਜ਼ਲੀ ਸਪਰੈਡ ਹੋ ਸਕਦਾ ਕੋਵਿਡ। ਔਰ ਸਿਆਲਾਂ 'ਚ ਰੈਸਪੀਰੇਟਰੀ ਵਾਇਰਸ ਉੱਦਾਂ ਹੀ ਸਪਰੈਡ ਜ਼ਿਆਦਾ ਹੁੰਦੇ ਆ। ਦੂਜੀ ਗੱਲ ਜਿਹੜੀ ਹੈਗੀ ਸਾਹਮਣੇ ਆ ਰਹੀ ਹੈ ਵੈਕਸੀਨੇਸ਼ਨ ਦੀ, ਵੀ ਵੈਕਸੀਨੇਸ਼ਨ ਪ੍ਰੋਗਰਾਮ 14 ਦਸੰਬਰ ਤੋਂ ਅਸੀਂ ਪਿਛਲੀ ਜਿਹੜੀ ਰਿਕਾਰਡਿੰਗ ਉਹਦੇ ਉੱਤੇ ਕੀਤੀ ਸੀ ਵੀ V-Day ਵੈਕਸੀਨੇਸ਼ਨ ਡੇ ਬੜਾ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਊਗਾ। ਜਿਹੜਾ ਫਾਈਜ਼ਰ ਦਾ ਜਿਹੜਾ ਵੈਕਸੀਨ ਆ ਉਹ ਇਹ ਮਿਊਟੇਸ਼ਨ ਨੂੰ ਵੀ ਹੈਂਡਲ ਕਰ ਸਕਦਾ। ਸੋ ਡਰਨ ਦੀ ਗੱਲ ਨਹੀਂ ਹੈਗੀ ਵੀ ਕੋਈ ਨਵਾਂ ਵੈਕਸੀਨ ਬਣਾਉਣਾ ਪਊਗਾ ਇਹਦੇ ਪ੍ਰਤੀ। ਜਦੋਂ ਅਸੀਂ ਵੈਕਸੀਨ ਬਣਾਉਂਦੇ ਹਾਂ, ਸਾਡੇ ਸਾਇੰਟਿਸਟ ਵਾਇਰੋਲੋਜਿਸਟ ਸਾਰੀਆਂ ਚੀਜ਼ਾਂ ਨੂੰ ਮਤਲਬ ਅਕਾਊਂਟ ਕਰਕੇ ਹੀ ਬਣਾਉਂਦੇ ਆ। ਅਤੇ ਉਹਦੀ ਜਿਹੜੀ ਸਪਾਈਕ ਪ੍ਰੋਟੀਨਸ ਜਿਹੜੀਆਂ ਹੈਗੀਆਂ ਬਲੌਕ ਕਰਨ ਵਾਸਤੇ ਵੀ ਉਹ ਲੌਕ ਨਾ ਹੋਏ, ਬਿਲਕੁਲ ਇਹ ਫਾਈਜ਼ਰ ਦਾ ਵੈਕਸੀਨ ਕੰਮ ਕਰੂਗਾ। ਡਾਕਟਰ ਵਿਵੇਕ ਮੂਰਤੀ, ਜਿਹਦਾ ਨਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿਉਂਕਿ ਆਉਣ ਵਾਲੇ 5 ਸਾਲ 'ਚ ਜੋ ਬਾਈਡਨ ਦੇ ਨਾਲ ਉਹਨਾਂ ਨੇ ਹੀ ਹੁਣ ਸਰਜਨ ਜਨਰਲ ਦਾ ਕੰਮ ਕਰਨਾ। ਉਹਨਾਂ ਦੇ ਵੀ ਸਟੇਟਮੈਂਟ ਇਹ ਦੱਸਦੇ ਵੀ ਡਰਨ ਦੀ ਕੋਈ ਗੱਲ ਨਹੀਂ ਹੈਗੀ। ਉਹ ਜਿਹੜੇ ਵੈਕਸੀਨੇਸ਼ਨ ਪ੍ਰੋਗਰਾਮ ਆ ਉਹ ਇਨਫ ਹੈਗੇ ਆ ਇਹਨੂੰ ਹੈਂਡਲ ਕਰਨ ਵਾਸਤੇ। ਇੱਕ ਇਹ ਮਿਊਟੇਸ਼ਨ ਹੀ ਹੈਗਾ ਵੀ ਮਾੜਾ ਜਿਹਾ ਉਹਨੇ ਆਪਣਾ ਜੈਨੇਟਿਕ ਸਟਰਕਚਰ ਚੇਂਜ ਕੀਤਾ। ਉਹ ਜਿਹੜੀ ਫਾਈਜ਼ਰ ਔਰ ਮੋਡਰਨਾ ਦੀ ਵੈਕਸੀਨ ਆ ਲਗਭਗ ਸਿਮਿਲਰ ਆ। ਉਹਦੇ 4 ਕੰਪੋਨੈਂਟ ਆ। ਇੱਕ ਹੈਗਾ ਸਿੰਥੈਟਿਕ ਮੈਸੇਂਜਰ RNA ਦੀ ਕੋਡਿੰਗ, ਉਹ ਹੈਗਾ 0.36 ਮਿਲੀਗ੍ਰਾਮ। ਇੱਕ ਹੈਗਾ ਉਹਦਾ ਲਿਪਿਡ ਦਾ ਮਤਲਬ ਮਾਈਕਰੋ ਪਾਰਟੀਕਲ, ਉਹ ਦਿੱਤਾ ਸੀ ਵੈਂਕੂਵਰ ਦੀ ਬਾਇਓਟੈਕ ਕੰਪਨੀ ਐਕੁਏਟਿਸ ਨੇ। ਹੁਣ ਨਾਲ ਇਹਦੇ ਮਾੜਾ ਜਿਹਾ ਲੂਣ ਹੈਗਾ, ਸੋਡੀਅਮ ਪੋਟੈਸ਼ੀਅਮ ਕਲੋਰਾਈਡ, ਅਤੇ ਮਾੜਾ ਜਿਹਾ ਸੁਕਰੋਸ ਸ਼ੂਗਰ ਹੈਗੀ ਹੈ, ਉਹ ਸਟੇਬਲਾਈਜ਼ਰ ਹੈਗੀ ਹੈ। ਔਰ ਜਿਹੜੀ ਸੁਕਰੋਸ ਹੈ ਵੀ ਕਿਉਂਕਿ -70 'ਚ ਫਾਈਜ਼ਰ ਨੂੰ ਰੱਖਣਾ, -20 'ਚ ਮੋਡਰਨਾ, ਵੀ ਖਰਾਬ ਨਾ ਹੋਏ ਉਹਨੂੰ ਸਟੇਬਲਾਈਜ਼ਿੰਗ ਕਰਨ ਵਾਸਤੇ। ਜਿਹੜਾ ਮੈਸੇਂਜਰ RNA ਦਾ ਪਾਰਟੀਕਲ ਆ ਉਹ ਕੋਈ ਵੀ ਲਾਈਵ ਵਾਇਰਸ ਦਾ ਪਾਰਟੀਕਲ ਨਹੀਂ ਆ, ਨਾ ਉਹ ਹਿਊਮਨ ਸੈੱਲ ਲਾਈਨ ਤੋਂ ਨਾ ਉਹ ਐਨੀਮਲ ਸੈੱਲ ਲਾਈਨ ਤੋਂ, ਜੋ ਕਾਫੀ ਵਾਰ ਐਂਟੀ ਵੈਕਸੀਨੇਟਰ ਪਾਉਂਦੇ। ਜਿਹੜਾ ਉਹ ਮਾਈਕਰੋ ਲਿਪਿਡ ਪਾਰਟੀਕਲ ਆ, ਜਿੱਦਾਂ ਹੁਣ ਸਮਝੋ ਨਾ ਚਿੱਠੀ ਆਉਂਦੀ ਆ ਲਿਫਾਫੇ ਦੇ ਵਿੱਚ, ਅਤੇ ਆਪਾਂ ਲਿਫਾਫਾ ਖੋਲ੍ਹ ਕੇ ਚਿੱਠੀ ਕੱਢਦੇ ਹਾਂ, ਅਤੇ ਉੱਦਾਂ ਹੀ ਮੈਸੇਂਜਰ RNA ਦਾ ਜਿਹੜਾ ਲਿਫਾਫਾ ਐਨਵਲਪ ਆ ਉਹ ਲਾਈਪੋ ਜਿਹੜੇ ਹੈਗੇ ਲਿਪਿਡ ਪਾਰਟੀਕਲ ਹੈਗੇ ਆ। ਸੋ ਇਹ ਬਹੁਤ ਹੀ ਨਵਿਕਨੀ ਟੈਕਨੋਲੋਜੀ ਦੇ ਨਾਲ ਬਣਾਈ ਹੋਈ ਆ ਔਰ ਜਿਹੜੀ ਉਹਦਾ ਉਹ ਮਾਰ ਹੈਗੀ ਆ ਇਸ ਨਵੀਂ ਸਟ੍ਰੇਨ ਨੂੰ ਵੀ ਹੈਂਡਲ ਕਰ ਸਕਦੀ ਹੈ। ਇੱਦਾਂ ਨਹੀਂ ਵੀ ਸਾਨੂੰ ਹੁਣ ਇਹ ਸਟ੍ਰੇਨ ਵਾਸਤੇ ਕੋਈ ਵੱਖਰਾ ਵੈਕਸੀਨੇਸ਼ਨ ਬਣਾਉਣਾ ਪਊਗਾ। ਡਾਕਟਰ ਸਾਹਿਬ, ਇਹ ਡਰ ਕਿਉਂ ਇੰਨਾ ਪਾਇਆ ਜਾ ਰਿਹਾ ਜੀ? UK ਦੀਆਂ ਫਲਾਈਟਸ ਬੰਦ ਕਰ ਦਿੱਤੀਆਂ, ਕੋਈ ਉੱਥੇ ਵੀ ਹੀਥਰੋ ਏਅਰਪੋਰਟ ਦੇ ਉੱਤੇ ਕਹਿੰਦੇ ਲੋਕਾਂ ਦੀ ਭੀੜ ਹਜ਼ਾਰਾਂ ਦੀ ਗਿਣਤੀ ਵਿੱਚ ਆ ਜਿਹੜੇ ਉੱਥੋਂ ਬਾਹਰ ਨਿਕਲਣਾ ਚਾਹੁੰਦੇ ਆ। ਜੇ ਸਿਰਫ ਇੱਕ ਜੈਨੇਟਿਕ ਮਿਊਟੇਸ਼ਨ ਆ ਅਤੇ ਇਹ ਵੈਕਸੀਨ ਇਹਨੂੰ ਹੈਂਡਲ ਕਰਦੀ ਆ, ਫਿਰ ਇੰਨਾ ਸਹਿਮ ਅਤੇ ਇੰਨਾ ਜਿਹੜਾ ਬਚਾਅ ਕਿਉਂ ਕੀਤਾ ਜਾ ਰਿਹਾ ਜੀ? ਦੇਖੋ, 2 ਗੱਲਾਂ ਹੈਗੀਆਂ। ਪਹਿਲੀ ਗੱਲ ਤਾਂ ਤੁਸੀਂ ਦੇਖੋ BC ਦੇ ਵਿੱਚ ਵੀ ਵੈਕਸੀਨੇਸ਼ਨ ਪ੍ਰੋਗਰਾਮ ਅਜੇ ਲੀਕੇ ਨੂੰ ਹਫਤਾ ਹੀ ਮਸਾਂ ਹੋਇਆ, ਰਾਈਟ ਜੀ। ਸੋ ਸਾਨੂੰ ਮਸਾਂ 4000 ਡੋਜ਼, 3900 ਡੋਜ਼ ਮਿਲੇ ਆ। ਹੌਲੀ ਹੌਲੀ ਲੋਕਾਂ ਨੂੰ ਵੈਕਸੀਨ ਲੱਗਣੀ ਹੈ। UK 'ਚ ਵੀ ਜਿਹੜਾ ਹੈਗਾ ਪਹਿਲਾਂ ਓਲਡ ਲੋਕਾਂ ਨੂੰ ਲੱਗ ਰਹੀ ਹੈ ਰੈਜ਼ੀਡੈਂਸ਼ੀਅਲ ਕੇਅਰ ਹੋਮ 'ਚ, ਜਿਹੜੇ ਦੂਜੇ ਲੋਕ ਜਿਹੜੇ ਉੱਥੇ ਬੈਠੇ ਟਰੈਪਡ, ਕਿਸੇ ਨੂੰ ਵੈਕਸੀਨ ਨਹੀਂ ਲੱਗੀ, ਹੈ ਨਾ। ਸੋ ਇਸ ਲਈ ਮਤਲਬ ਡਰ ਤਾਂ ਹੁੰਦਾ ਵੀ ਸਾਨੂੰ ਅਗਰ ਕੋਵਿਡ ਹੋਇਆ ਵੀ ਸਾਨੂੰ ਵੈਕਸੀਨੇਸ਼ਨ ਨਹੀਂ ਲੱਗੀ ਅਤੇ ਜ਼ਿਆਦਾ ਇਨਫੈਕਟੀਵਿਟੀ ਹੋ ਸਕਦੀ ਆ। ਸੋ ਇੱਕ ਤਾਂ ਫੀਅਰ ਫੈਕਟਰ ਹੈਗਾ। ਦੂਜਾ ਇਹ ਬਹੁਤ ਈਜ਼ਲੀ ਜਿੱਦਾਂ ਟਰਾਂਸਮਿਟ ਹੋ ਰਿਹਾ। ਜਿਹੜਾ ਪੁਰਾਣਾ ਕੋਵਿਡ ਸੀ ਉਹ ਜਿਵੇਂ ਥੁੱਕ ਦੇ ਮੇਜਰ ਪਾਰਟੀਕਲਸ ਦੇ ਨਾਲ ਹੁੰਦਾ ਸੀ, ਮਾੜਾ ਜਿਹਾ ਹਵਾ ਦੇ ਵਿੱਚ ਫੈਲਦਾ ਸੀ। ਇਹ ਹਵਾ ਦੇ ਵਿੱਚ ਥੋੜ੍ਹਾ ਜ਼ਿਆਦਾ ਟਰਾਂਸਮਿਟ ਹੋ ਰਿਹਾ। ਔਰ ਅਗਰ ਕਲੋਜ਼ਡ ਰੂਮ 'ਚ ਬੈਠੇ ਆ ਤਾਂ 1 ਤੋਂ 2, 2 ਤੋਂ 4, 4 ਤੋਂ 16, 16 ਤੋਂ ਮਤਲਬ ਮਲਟੀਪਲਾਈ ਕਰੀ ਜਾਓ, ਹੈ ਨਾ, ਐਕਸਪੋਨੈਂਸ਼ਲੀ ਇਹ ਚੱਲੀ ਜਾਣਾ। ਖਾਲੀ ਇਹਦੀ ਇਨਫੈਕਟੀਵਿਟੀ ਜ਼ਿਆਦਾ, ਬਟ ਇਹ ਓਨਾ ਲੀਥਲ ਨਹੀਂ ਆ, ਓਨਾ ਕੀ ਲੀਥਲ ਆ ਜਿੰਨਾ ਪੁਰਾਣਾ COVID-19 ਸੀ। ਡਾਕਟਰ ਸਾਹਿਬ, ਹੁਣ ਫਿਰ ਦੁਬਾਰਾ ਜੇ ਮੰਨ ਲਓ UK ਦੇ ਵਿੱਚ ਆ ਇਹ, ਉਹਨਾਂ ਨੇ ਕਹਿੰਦੇ ਬਹੁਤ ਵੱਡਾ ਲੋਕਡਾਊਨ ਕਰ ਦਿੱਤਾ। ਆਸਟ੍ਰੇਲੀਆ 'ਚ ਵੀ ਦੱਸਦੇ ਆ ਕਿ 2 ਪੇਸ਼ੈਂਟ ਹੈਗੇ ਆ। ਰੱਬ ਨਾ ਕਰੇ ਪਹਿਲੇ ਵਾਇਰਸ ਵਾਂਗੂ ਇਹ ਵੀ ਫੈਲਦਾ ਦੁਨੀਆ 'ਚ ਫੈਲ ਜੇ ਤਾਂ ਫਿਰ ਦੁਬਾਰਾ ਸਾਰਾ ਕੁਝ ਉੱਦਾਂ ਹੀ ਬੰਦ ਹੋਊਗਾ? ਦੇਖੋ, ਗੱਲ ਡੈਫੀਨੇਟਲੀ ਇਹ ਹੁਣ ਆਪਾਂ ਫਿਰ ਕੈਨੇਡਾ ਆ ਜਾਈਏ। ਫੋਰਡ ਸਾਹਿਬ ਕਹਿੰਦੇ ਸੀ ਵੀ ਕ੍ਰਿਸਮਸ ਦੀ ਈਵ ਨੂੰ ਮੈਂ ਲੋਕਡਾਊਨ ਕਰਨਾ। ਅੱਜ ਉਹਨਾਂ ਦੇ ਬਿਆਨ ਸ਼ਾਇਦ ਮੈਨੂੰ ਪਹਿਲੋਂ ਕਰਨਾ ਪਏ। ਹਾਲਾਂਕਿ ਇਹ ਸਟ੍ਰੇਨ ਟੋਰੰਟੋ 'ਚ ਕੈਨੇਡਾ 'ਚ ਸੋ ਫਾਰ ਨਹੀਂ ਪਾਈ ਗਈ, ਲੇਕਿਨ ਇਹ ਜ਼ਰੂਰ ਪਾਈ ਜਾਊਗੀ। ਇੱਦਾਂ ਨਹੀਂ ਵੀ ਨਹੀਂ ਪਾਈ ਜਾਊਗੀ, ਕਿਉਂਕਿ ਸੈਪਟੈਂਬਰ ਤੋਂ ਤਾਂ ਕੈਂਟ ਦੇ ਵਿੱਚ UK 'ਚ ਹੈਗੀ ਸੀ ਇਹ ਸਟ੍ਰੇਨ।
ਤੋਂ ਜਨਤਾ ਤੁਰੀ ਫਿਰਦੀ ਹੈ, ਬੈਕ ਐਂਡ ਫੋਰਥ ਪਲੇਨਾਂ 'ਚ ਟਰੈਵਲ ਕਰਦੀ ਹੈ। ਸੋ ਕਦੀ ਨਾ ਕਦੀ ਤਾਂ ਅਸੀਂ ਵੀ ਸਟ੍ਰੇਨ ਪਾਵਾਂਗੇ। ਜਿਸ ਏਰੀਆ 'ਚ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਆ, ਹਸਪੀਟਲਾਈਜੇਸ਼ਨ ਬਹੁਤ ਵੱਧ ਰਹੀ ਹੈ, ICU ਬਹੁਤ ਵੱਧ ਰਹੀ ਹੈ, ਉਹਨਾਂ ਨੂੰ ਫਿਰ ਇਹ ਸਟ੍ਰਿਕਟ ਮੈਜਰਸ ਲੈਣੇ ਪੈਂਦੇ, ਕਿਉਂਕਿ ਲੋਕੀ ਜਿਹੜੇ ਉਹ ਲਿਸਨ ਨਹੀਂ ਕਰਦੇ। ਲੋਕਾਂ ਦਾ ਸੁਭਾਅ ਜਿਹੜਾ ਹੈਗਾ ਉਹ ਅਜੇ ਵੀ ਮਤਲਬ ਡਾਵਾਂਡੋਲ ਆ। 2 ਹਫ਼ਤੇ ਪਹਿਲਾਂ ਸਰਵੇ ਹੋਈ ਸੀ ਅੱਛਾ ਜੀ। ਵੀ ਹਾਈਡੇ ਪੀਰੀਅਡ 'ਚ ਤੁਸੀਂ ਕਿਸੇ ਦੇ ਘਰ ਜਾਣਾ ਜਾਂ ਕਿਸੇ ਨੂੰ ਸੱਦਣਾ, 35% ਲੋਕਾਂ ਨੇ ਕਿਹਾ ਅਸੀਂ ਉਲੰਘਣਾ ਕਰਾਂਗੇ, ਰੂਲਸ 'ਤੇ ਜਾਵਾਂਗੇ, ਸੱਦਾਂਗੇ ਵੀ ਅਸੀਂ ਤਾਂ ਮਨਾਉਣਾ ਹੈ ਨਾ। ਸੋ ਲੋਕਾਂ ਦਾ ਸੁਭਾਅ ਜਿਹੜਾ ਹੈਗਾ ਕੰਟਰੋਲ ਖਾਲੀ ਕਾਨੂੰਨ ਦੇ ਨਾਲ ਹੀ ਹੁੰਦਾ। ਜਿੱਦਾਂ ਮਤਲਬ ਕਾਨੂੰਨ ਇੰਪਲੀਕੇਟ ਹੋਏ ਤਾਂ ਹੀ ਲੋਕੀ ਵੀ ਹੁਣ ਲੋਕਡਾਊਨ ਹੈ ਵੀ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ, ਰਾਈਟ। ਸੋ ਕਈ ਵਾਰ ਅਗਰ ਆਪਾਂ ਸੱਭਿਅ ਰਹੀਏ ਤਾਂ ਇਹ ਸਾਰੀ ਚੀਜ਼ਾਂ ਤੋਂ ਆਪਾਂ ਬਚ ਸਕਦੇ ਹਾਂ। ਮੇਰੇ ਖਿਆਲ ਨਾਲ ਟੋਟਲ ਲੋਕਡਾਊਨ ਨਹੀਂ ਹੋਏਗਾ, ਪਾਰਸ਼ੀਅਲ ਲੋਕਡਾਊਨ ਹੋਏਗਾ ਉਸ ਪਾਕਟਸ ਦੇ ਵਿੱਚ ਜਿੱਥੇ ਵਾਇਰਸ ਦੀ ਸਟ੍ਰੇਨਸ ਪਾਈ ਜਾਏਗੀ। ਡਾਕਟਰ ਸਾਹਿਬ, ਜਦੋਂ ਸ਼ੁਰੂ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਨਵੰਬਰ ਦਸੰਬਰ ਦੇ ਵਿੱਚ, ਤੁਸੀਂ ਕਿਹਾ ਸੀ ਵੀ ਇਹਦੀ ਇੱਕ ਵੇਵ ਨਹੀਂ ਆ, ਕਈ ਵੇਵਸ ਆ ਸਕਦੀਆਂ। ਸਾਨੂੰ ਉਦੋਂ ਗੱਲ ਓਪਰੀ ਜੀ ਲੱਗੀ ਸੀ ਵੀ ਚਲੋ ਇੱਕ ਵਾਰੀ ਹਟ ਜਾਵੇ, ਮੁੜ ਕੇ ਤਾਂ ਨਹੀਂ ਹੋਣੀ। ਹੁਣ ਇਹਦੀ ਇੱਕ ਇਹ ਮਿਊਟੇਸ਼ਨ ਦੇ ਨਾਲ ਇੱਕ ਹੋਰ ਨਵੀਂ ਕਿਸਮ ਬਣ ਗਈ, ਸਟ੍ਰੇਨ ਬਣ ਗਈ ਹੈ। ਜੀ ਜੀ। ਕੀ ਇਹਦੀਆਂ ਹੋਰ ਕਿਸਮਾਂ ਵੀ ਬਣ ਸਕਦੀਆਂ ਤੇ ਉਹ ਵੀ ਖਤਰਨਾਕ ਹੋ ਸਕਦੀਆਂ? ਬਿਲਕੁਲ। ਤੁਸੀਂ ਦੇਖੋ, ਅਗਰ ਆਪਾਂ ਉਹੀ 100 ਸਾਲ ਪੁਰਾਣਾ ਰੈਫਰੈਂਸ ਪੁਆਇੰਟ ਲਈਏ ਸਪੈਨਿਸ਼ ਫਲੂ ਦਾ, ਜਿਹੜਾ ਪਹਿਲਾ ਵੇਵ ਸੀ ਉਹ ਤਾਂ ਬਹੁਤ ਸੋਹਣਾ ਗੁਜ਼ਰ ਗਿਆ। ਸਿਆਲਾਂ 'ਚ ਜਦੋਂ ਦੂਜਾ ਵੇਵ ਆਇਆ, 50 ਮਿਲੀਅਨ ਲੋਕਾਂ ਨੂੰ ਉਸ ਧਰਤੀ ਤੋਂ ਅਲਵਿਦਾ ਹੋਣਾ ਪਿਆ ਸੈਕਿੰਡ ਵੇਵ ਦੇ ਵਿੱਚ। ਹਾਲਾਂਕਿ ਉਦੋਂ ਆਬਾਦੀ 2.5 ਬਿਲੀਅਨ ਹੀ ਸੀ, ਇੰਨੀ ਜ਼ਿਆਦਾ ਨਹੀਂ ਸੀ ਜਿੰਨੀ ਹੁਣ ਹੈ। 7.8 ਦੇ ਲਾਗੇ ਬਿਲੀਅਨ ਦੇ ਆਪਾਂ ਆਪਣੇ ਆ। ਸੋ ਫਾਰ ਸਾਡੀ ਕਿੰਨੀ 1.7 1.8 ਮਿਲੀਅਨ ਡੈਥ ਹੈਗੀ ਆ। 78 ਮਿਲੀਅਨ ਸਾਡੇ ਸੋ ਫਾਰ ਕਨਫਰਮ ਕੇਸਿਸ ਹੈਗੇ ਆ। ਲੇਕਿਨ ਮੈਂ ਇਹੀ ਕਹਿੰਦਾ ਵੀ ਕੋਵਿਡ ਨਾ ਦਿਨੇ ਸੌਂਦਾ ਨਾ ਰਾਤ ਨੂੰ ਸੌਂਦਾ। ਕੋਵਿਡ ਅਜੇ ਵੀ ਕਮਿਊਨਿਟੀ 'ਚ ਹੈਗਾ। ਜੋ ਤੁਸੀਂ ਆਪਣੇ ਆਪ ਨੂੰ ਸਿਰਫ ਬਚਾ ਸਕਦੇ ਹੋ, ਜਦ ਤੱਕ ਤੁਹਾਨੂੰ ਵੈਕਸੀਨ ਨਹੀਂ ਮਿਲਦੀ ਤਦ ਤੱਕ ਤੁਸੀਂ ਪਲੀਜ਼ ਸੱਭਿਅ ਰਹੋ। ਆਪਾਂ ਜਿਹੜੇ ਪ੍ਰੋਟੋਕੋਲ ਆ ਉਹੀ ਫੋਲੋ ਕਰੀਏ ਜਿਹੜੇ ਇੱਕ ਲੋਕਡਾਊਨ 'ਚ ਫੋਲੋ ਹੁੰਦੇ ਆ, ਵੀ ਕੋਈ ਐਮਰਜੈਂਸੀ ਲੋੜ ਹੈ ਤਾਂ ਬਾਹਰ ਜਾਈਏ, ਜਾਂ ਕੋਈ ਕੰਮ ਵਜ੍ਹਾ ਕਰਕੇ ਸਾਨੂੰ ਜਾਣਾ ਪੈਂਦਾ ਤਾਂ ਜਾਈਏ। ਉੱਦਾਂ ਨਾ ਅਸੀਂ ਘੁਲੇ ਮਿਲੀਏ, ਨਾ ਕਿਸੇ ਨੂੰ ਸੱਦੀਏ, ਨਾ ਕਿਸੇ ਦੇ ਘਰ ਜਾਈਏ। ਡਿਜੀਟਲੀ ਆਪਾਂ ਕਨੈਕਟਡ ਰਹੀਏ। ਔਰ ਜਿਹੜੇ ਹੈਂਡ ਵਾਸ਼ਿੰਗ ਆ, ਮਾਸਕ ਆ, ਫਿਜ਼ੀਕਲ ਡਿਸਟੈਂਸ, ਉਹ ਤਾਂ ਹੁਣ ਸਾਰਿਆਂ ਨੂੰ ਪਤਾ ਲੱਗੇ ਵੀ 3 ਗੱਲਾਂ ਕਰਨੀਆਂ। ਮਿਊਟੇਸ਼ਨ ਇਸ ਤੋਂ ਬਾਅਦ ਵੀ ਹੋਣਗੇ, ਇਹ ਕੋਈ ਲਾਸਟ ਮਿਊਟੇਸ਼ਨ ਨਹੀਂ ਹੋਊਗਾ, ਹੋਰ ਵਾਇਰਸ ਮਿਊਟੇਟ ਹੋਊਗਾ। ਹੁਣ ਟਰਬਲ ਇਹ ਹੈਗੀ ਹੈ ਵੀ ਅਸੀਂ ਇਸ ਨਵੀਂ ਚੀਜ਼ ਦੇ ਨਾਲ ਸਾਡਾ ਵਾਹ ਨਹੀਂ ਪਿਆ। ਸਾਡਾ ਸਵੀਡਨ ਨੇ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਵੀ ਚੱਲ ਕੋਈ ਨਹੀਂ, ਹੋ ਲੈਂਦੇ, ਮੇਰੇ ਦੇਸ਼ ਦੇ ਵਿੱਚ ਕੋਈ ਮੈਂ ਲੋਕਡਾਊਨ ਨਹੀਂ ਕਰੂੰਗਾ, ਸਾਰਿਆਂ ਨੂੰ ਹੋ ਲੈਂਦੇ, ਇਨਫੈਕਟਡ ਹੋ ਜਾਣਗੇ, ਐਂਟੀਬਾਡੀਜ਼ ਬਣ ਜਾਊਗੀ, ਹਰਡ ਇਮਿਊਨਿਟੀ ਮਿਲ ਜਾਊਗੀ। ਹਰਡ ਇਮਿਊਨਿਟੀ ਕਹਿੰਦੇ ਆ ਜਦੋਂ ਉਸ ਇਲਾਕੇ 'ਚ 70% ਲੋਕਾਂ ਨੂੰ ਨੈਚੁਰਲ ਇਨਫੈਕਸ਼ਨ ਹੋ ਗਿਆ ਜਾਂ ਵੈਕਸੀਨ ਦਿੱਤੀ ਉਹਦੇ ਨਾਲ ਐਂਟੀਬਾਡੀ ਬਣੀ, ਸਿਰਫ 18% ਨੂੰ ਨੈਚੁਰਲੀ ਹੋਇਆ। ਲੇਕਿਨ ਉਹਨਾਂ ਦੀ ਮੌਤ ਦੀ ਦਰ 15 ਗੁਣਾ ਜ਼ਿਆਦਾ ਸੀ ਨਾਰਵੇ, ਜਿਹੜੀ ਉਹਨਾਂ ਦੀ ਨੇਬਰਿੰਗ ਕੰਟਰੀ ਸੀ। ਸੋ ਤੁਹਾਨੂੰ ਕਿਤੇ ਨਾ ਕਿਤੇ ਲਾਈਨ ਡਰਾ ਕਰਨੀ ਪੈਂਦੀ ਹੈ ਨਾ, ਵੀ ਕਿੰਨੇ ਹਸਪੀਟਲ 'ਚ ਜਾਣੇ ਆ, ਕਿੰਨੇ ICU 'ਚ ਜਾਣੇ, ਕਿੰਨੇ ਡੈਥ ਹੋਣੀ ਆ। ਦੂਜੀ ਗੱਲ, ਜਿਹੜਾ COVID-19 ਆ ਉਹ ਹੈਡ ਟੂ ਟੋ ਕੋਈ ਵੀ ਆਰਗਨ ਨੂੰ ਡੈਮੇਜ ਕਰ ਸਕਦਾ ਅਗਰ ਤੁਸੀਂ ਨਹੀਂ ਮਰਦੇ, ਹੈ ਨਾ, ਤੁਸੀਂ ਰਿਕਵਰ ਵੀ ਹੋ ਜਾਂਦੇ। ਜਿਵੇਂ ਬ੍ਰੇਨ ਦੇ ਵਿੱਚ ਕਲੌਟ ਆ, ਸਟ੍ਰੋਕ ਆ, ਬ੍ਰੇਨ ਫੌਗ ਆ, ਹਾਰਟ ਦੇ ਮਸਲ ਦੇ ਸੋਜ ਆ, ਲੰਗਸ ਦੇ ਸਕਾਰਿੰਗ ਆ, ਇਨਫਲੇਮੇਸ਼ਨ ਆ, ਤੁਹਾਨੂੰ ਪਫਰ ਦੀ ਆਕਸੀਜਨ ਦੀ ਲੋੜ ਲੈਣੀ ਪੈ ਸਕਦੀ ਆ, ਸਪਰਮ ਕਾਊਂਟ ਡਿਕਰੀਜ਼ ਹੋ ਸਕਦਾ, ਹਰ ਇੱਕ ਆਰਗਨ ਦੇ ਉੱਤੇ ਅਸਰ ਕਰ ਸਕਦਾ। ਸੋ ਸਾਨੂੰ ਮੋਰਟੈਲਿਟੀ ਜਿੱਥੇ ਘਟਾਉਣੀ ਆ ਉੱਥੇ ਇਹਨੂੰ ਕਹਿੰਦੇ ਮੋਰਬਿਡਿਟੀ, ਵੀ ਇੱਕ ਵਾਰ ਇਨਫੈਕਸ਼ਨ ਹੋ ਗਿਆ ਉਹਦੇ ਬਾਅਦ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਏਗੀ। ਦੂਜੀ ਗੱਲ ਹੈਗੀ ਆ ਵੀ ਇਹ ਵਾਇਰਸ ਦੇ ਨਾਲ ਸਾਡਾ ਪਹਿਲੋਂ ਵਾਹ ਨਹੀਂ ਪਿਆ, ਸੋ ਇਹ ਮੌਜਾਂ ਮਾਣ ਰਿਹਾ ਅਤੇ ਸਾਡਾ ਇਮਿਊਨ ਸਿਸਟਮ ਇਹਨੂੰ ਲਰਨ ਕਰ ਰਿਹਾ। ਜਿਨ੍ਹਾਂ ਨੂੰ ਨੈਚੁਰਲੀ ਹੋਇਆ ਤਾਂ ਬਹੁਤ ਘੱਟ ਆ ਗਿਣਤੀ, ਜਿਨ੍ਹਾਂ ਨੂੰ ਹੁਣ ਵੈਕਸੀਨ ਦੇਵਾਂਗੇ ਉਹਦੇ ਨਾਲ ਇਮਿਊਨਿਟੀ ਸਾਡੀ ਵਧੂਗੀ। ਔਰ ਕਰੀਬਨ ਸੈਪਟੈਂਬਰ ਤੋਂ ਅਕਤੂਬਰ ਦੇ ਵਿੱਚ ਪੂਰੇ ਕੈਨੇਡਾ ਨੂੰ ਵੈਕਸੀਨੇਸ਼ਨ ਮਿਲ ਚੁੱਕੀ ਹੋਏਗੀ ਜਿਨ੍ਹਾਂ ਨੇ ਲਾਉਣੀ ਆ। 11% ਕਹਿੰਦੇ ਅਸੀਂ ਨਹੀਂ ਲਾਉਣੀ, ਅਸੀਂ ਧੱਕੇ ਦੇ ਨਾਲ ਉਹਨਾਂ ਨੂੰ ਲੰਮੇ ਪਾ ਕੇ ਟੀਕਾ ਨਹੀਂ ਲਾ ਸਕਦੇ, ਉਹਨਾਂ ਦੀ ਰਾਈਟ ਆ ਵੀ ਨਹੀਂ ਲਾਉਣੀ ਨਾ ਲਾਉਣ। ਬਟ 70 ਤੋਂ 80% ਲੋਕਾਂ ਨੂੰ ਜਦੋਂ ਵੈਕਸੀਨੇਸ਼ਨ ਹੋ ਗਈ ਤਾਂ ਸਾਡਾ ਕੋਵਿਡ ਤੋਂ ਖਹਿੜਾ ਛੁੱਟਣਾ ਔਰ ਜ਼ਰੂਰ ਛੁੱਟੂਗਾ। ਡਾਕਟਰ ਸਾਹਿਬ, ਇਹਦਾ ਮਤਲਬ ਫਿਰ ਹੁਣ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਵੀ ਜਿੱਦਾਂ ਇਹ COVID-19 ਆ ਉਸੇ ਤਰ੍ਹਾਂ ਜਿਹੜੀ ਇਹ ਖਬਰਾਂ ਆ ਰਹੀਆਂ ਕਿ ਨਵੀਂ ਵਾਇਰਸ ਆ ਗਿਆ, ਉਹੀ ਇਹ ਆ ਵੀ ਜਿਹੜਾ ਇੱਕ ਡਰ, ਮੈਂ ਫਿਰ ਉਸੇ ਗੱਲ 'ਤੇ ਆਉਣਾ ਵੀ UK ਨੂੰ ਸਾਊਦੀ ਅਰੇਬੀਆ ਨੇ ਸ਼ਾਇਦ ਸਾਰੀਆਂ ਫਲਾਈਟਸ ਬੰਦ ਕਰ ਦਿੱਤੀਆਂ ਕਿ ਸਾਰੀਆਂ ਇੰਟਰਨੈਸ਼ਨਲ ਫਲਾਈਟਸ ਜ਼ੀਰੋ, ਨਾ ਕੋਈ ਜਾਊਗਾ ਨਾ ਆਊਗਾ। UK ਵੱਲ ਜਾਣ ਆਉਣ ਵਾਲੀਆਂ ਦੇਸ਼ਾਂ ਨੇ ਬੰਦ ਕਰ ਦਿੱਤੀਆਂ। ਇਹ ਇੱਕ ਡਰ ਪੈਦਾ ਕਰ ਰਿਹਾ, ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਇੱਕ ਮਿਊਟੇਸ਼ਨ ਹੀ ਆ, ਇਹਨੂੰ ਇਹ ਵੈਕਸੀਨ ਹੈਂਡਲ ਕਰ ਸਕਦੀ ਹੈ। ਕੀ ਇਹ ਤੋਂ ਹੁਣ ਬਿਲਕੁਲ ਇਹਨੂੰ ਡਰਨ ਦੀ ਲੋੜ ਨਹੀਂ ਹੈ? ਨਾਰਮਲ ਜੋ ਕੋਵਿਡ ਵੇਲੇ ਜਿਹੜੀਆਂ ਅਸੀਂ ਲੈ ਰਹੇ ਹਾਂ, ਧਿਆਨ 'ਚ ਰੱਖ ਰਹੇ ਹਾਂ ਗੱਲਾਂ, ਉਹੀ ਹੁਣ ਰੱਖੀਏ ਤਾਂ ਠੀਕ ਹੈ।
ਇਸ਼ੂ ਖੜਾ ਇੱਥੇ ਜਸਕਰਨ ਜੀ ਵੀ ਮੇਰੇ ਖਿਆਲ ਨਾਲ ਇਸ ਵੇਲੇ ਕੈਨੇਡਾ ਦੇ ਵਿੱਚ ਤੁਸੀਂ ਕਹਿ ਲਓ 30,000 ਲੋਕਾਂ ਨੂੰ ਵੀ ਵੈਕਸੀਨ ਨਹੀਂ ਲੱਗੀ ਹੈ ਨਾ ਪਹਿਲੇ ਪੂਰ 'ਚ, ਉਹ ਐਂਡ ਆਫ ਦਸੰਬਰ ਤੱਕ ਲੱਗਣੀ ਹੈ। ਯੂਕੇ ਦੇ ਵਿੱਚ ਤੁਸੀਂ ਚਲੋ 50,000 ਲੋਕਾਂ ਨੂੰ ਗਿਣ ਲਓਗੇ ਹੈ ਨਾ, ਸਾਡੇ ਤੋਂ ਇੱਕ ਹਫ਼ਤਾ ਪਹਿਲਾਂ ਲੋਕਾਂ ਨੂੰ ਵੈਕਸੀਨ ਨਹੀਂ ਲੱਗੀ ਹੋਈ, ਲੋਕੀ ਪ੍ਰੋਟੈਕਟਡ ਨਹੀਂ ਹੈਗੇ। ਸੋ ਤੁਹਾਡਾ ਐਕਸਪੋਜਰ ਰਿਸਕ ਰਹਿੰਦਾ, ਤੁਹਾਡਾ ਹਸਪੀਟਲ ਜਾਣ ਦਾ ਰਿਸਕ ਰਹਿੰਦਾ, ICU ਐਡਮਿਸ਼ਨ ਦਾ ਰਿਸਕ ਰਹਿੰਦਾ, ਔਰ ਡੈਥ ਦਾ ਵੀ ਰਿਸਕ ਰਹਿੰਦਾ। ਜਿਹੜਾ ਆਰਡੀਨਰੀ ਵਾਇਰਸ ਜਾਂ ਫਲੂ ਦਾ ਉਹਦੇ ਨਾਲੋਂ 10 ਤੋਂ 15 ਗੁਣਾ ਜ਼ਿਆਦਾ ਡੈਥ ਰੇਟ ਇਹਦੀ ਆ ਰਹੀ ਹੈ। ਠੀਕ, ਮੈਂ ਮੰਨਦਾ ਇਨਫਲੂਐਂਜ਼ਾ ਦੇ ਨਾਲ ਵੀ ਬਜ਼ੁਰਗ ਕਈ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਜਿਹਨਾਂ ਨੂੰ ਨਮੋਨੀਆ ਵਗੈਰਾ ਹੁੰਦਾ ਸੀ, ਕੁਛ 3,000 ਬਜ਼ੁਰਗ ਚੜ੍ਹਾਈ ਕਰ ਜਾਂਦੇ ਸੀ ਹਰ ਸਾਲ ਕੈਨੇਡਾ 'ਚ, ਬਟ ਤੁਸੀਂ ਦੇਖ ਲਓ 14,500 ਤੇ ਡੈਥ ਆਲਰੇਡੀ ਹੋ ਗਈ ਆ। ਸੋ ਅਜੇ ਤੇ ਨੰਬਰ ਵਧਨੇ ਆ, 20,000 ਤੋਂ ਉੱਤੇ ਜਾਣਗੇ ਕੈਨੇਡਾ 'ਚ ਡੈਥ ਕੋਵਿਡ ਦੇ, ਜਦ ਤੱਕ ਵੈਕਸੀਨੇਸ਼ਨ ਪੂਰੀ ਨਹੀਂ ਹੁੰਦੀ। ਅਮਰੀਕਾ ਦੇ ਵਿੱਚ 500,000 ਦੇ ਲਾਗੇ ਚਾਗੇ ਜਾਊਗਾ ਹੈ ਨਾ, ਉਹਨਾਂ ਦਾ 3 ਲੱਖ ਤੋਂ ਉੱਤੇ ਦਾ ਨੰਬਰ ਟੱਪ ਗਿਆ। ਇੰਡੀਆ ਦੇ ਵਿੱਚ ਵੀ ਨੰਬਰ 1,45,000 ਦੇ ਲਾਗੇ ਚਾਗੇ 50 ਦੇ ਲਾਗੇ ਪਹੁੰਚਿਆ। ਸੋ ਕਹਿਣ ਦਾ ਮਨੋਰਥ ਇਹ ਹੈਗਾ ਵੀ ਜਿੱਥੇ ਇਹ ਵਾਇਰਸ ਹਰ ਕੰਟਰੀ ਦੇ ਵਿੱਚ ਅਸਰ ਕਰ ਰਿਹਾ, ਟਰਬਲ ਹੈਗੀ ਆ ਵੀ ਅਸੀਂ ਤਾਂ ਇਸ ਚੀਜ਼ਾਂ ਨੂੰ ਹੈਂਡਲ ਕਰ ਲਵਾਂਗੇ, ਲੇਕਿਨ ਅਗਰ ਇਹ ਸਟ੍ਰੇਨ ਗਰੀਬ ਮੁਲਕਾਂ ਦੇ ਵਿੱਚ, ਅੰਡਰ ਡਿਵੈਲਪ ਕੰਟਰੀਜ਼ ਜਿੱਥੇ ਸੰਘਣੀ ਵਸੂ ਆ ਔਰ ਜਿੱਥੇ ਮੇਰੇ ਕਿਸਾਨ ਭਰਾ ਭੈਣਾਂ ਜਦੋਜਹਿਦ ਕਰ ਰਹੇ, ਉੱਥੇ ਸਟ੍ਰੇਨ ਪਹੁੰਚਿਆ ਤਾਂ ਬਹੁਤ ਛੇਤੀ ਫੈਲੂਗਾ, ਕਿਉਂਕਿ ਉਹ ਬਹੁਤ ਨੇੜੇ ਨੇੜੇ ਹੈਗੇ ਆ, ਠੰਡ ਦੇ ਵਿੱਚ ਰਹਿ ਰਹੇ ਆ, ਬਾਹਰ ਉਹਨਾਂ ਦੇ ਤੰਬੂ ਲੱਗੇ ਆ, ਉਹਨਾਂ ਕੋਲ ਪ੍ਰੋਟੈਕਸ਼ਨ ਵਾਸਤੇ ਕੁਝ ਨਹੀਂ ਹੈਗਾ। ਸੋ ਅਗਰ ਇਹ ਸਟ੍ਰੇਨ ਹਿੰਦੁਸਤਾਨ ਦੇ ਉਸ ਇਲਾਕੇ 'ਚ ਚਲਾ ਜਾਂਦਾ ਜਿੱਥੇ ਇਹ ਪ੍ਰੋਟੈਸਟ ਹੋ ਰਹੀ ਹੈ ਤਾਂ ਬਹੁਤ ਛੇਤੀ ਫੈਲੂਗਾ। ਇਹਦਾ ਡਾਕਟਰ ਸਾਹਿਬ ਦੂਜਾ ਪਾਸਾ ਇਹ ਆ, ਕਹਿੰਦੇ ਲੋਕਾਂ ਦੇ ਵਿੱਚ ਜਿਹੜੀ ਇਮਿਊਨਿਟੀ ਬਣ ਜਾਂਦੀ ਹੈ, ਨੈਚੁਰਲ ਇਮਿਊਨਿਟੀ ਆ, ਇੰਡੀਆ ਦੇ ਵਿੱਚ ਕਿਸਾਨ ਅੰਦੋਲਨ ਨੂੰ ਇੱਕ ਰੈਫਰੈਂਸ ਪੁਆਇੰਟ ਵਜੋਂ ਦੇਖਿਆ ਜਾ ਰਿਹਾ ਕਿ ਲੱਖਾਂ ਬੰਦਾ ਇਕੱਠਾ ਹੈ ਪਰ ਉੱਥੋਂ ਕੇਸ ਕੋਈ ਵੀ ਨਹੀਂ ਸਾਹਮਣੇ ਆਇਆ। ਦੇਖੋ ਵੀ ਕੇਸ ਆਉਣਗੇ ਵੀ ਇੱਦਾਂ ਲੱਗਦਾ ਸੀ ਨਾ ਵੀ ਇੱਥੋਂ ਤਾਂ ਐਂਬੂਲੈਂਸ ਭਰੀਆਂ ਜਾਣੀਆਂ ਚਾਹੀਦੀਆਂ ਜਾਂ ਡੈੱਡ ਬੋਡੀਜ਼ ਨਿਕਲਣੀਆਂ ਚਾਹੀਦੀਆਂ ਜਿਸ ਤਰੀਕੇ ਦੇ ਨਾਲ ਉਹ ਨੇੜੇ ਨੇੜੇ ਬੈਠੇ, ਪਰ ਇੱਦਾਂ ਤਾਂ ਕੁਝ ਵੀ ਨਹੀਂ ਹੈ ਉੱਥੇ। ਜਿਹੜੇ ਨਾ ਇਟਲੀ 'ਚ ਹੁਣ ਵੀ ਡੈਥ ਰੇਟ ਉਹਨਾਂ ਦਾ ਵੱਧ ਰਿਹਾ, ਉਹਦਾ ਇੱਕੋ ਇੱਕ ਕਾਰਨ ਹੈ ਬਜ਼ੁਰਗ ਜਨਤਾ ਬੜੀ ਹੈਗੀ ਉੱਥੇ, 90 ਸਾਲ ਵਾਲੀ, 80-85 ਵਾਲੀ, ਔਰ ਉਹਨਾਂ ਦੇ ਵਿੱਚ ਕੈਪੈਸਿਟੀ ਨਹੀਂ, ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਹੁੰਦਾ ਜੀ। ਸੋ ਨਾਲੇ ਕਾਫੀ ਜਿਹੜਾ ਪੁਰਾਣਾ ਇਟਲੀ ਦਾ ਇਲਾਕਾ ਸੀ, ਮੈਨੂੰ ਚੇਤਾ ਭੁੱਲ ਗਿਆ, ਜਿੱਥੇ ਪਹਿਲਾਂ ਉਹਨਾਂ ਦਾ ਅਸਰ ਹੋਇਆ ਸੀ, ਉੱਥੇ ਸਮੋਕ ਕਰਨ ਵਾਲੇ ਬਹੁਤ ਸੀ ਤੇ ਉੱਥੇ ਫੈਕਟਰੀਆਂ ਬੜੀਆਂ ਸੀ ਜਿਨ੍ਹਾਂ ਦੇ ਨਾਲ ਪੋਲਿਊਸ਼ਨ ਬਹੁਤ ਸੀ, ਪ੍ਰਦੂਸ਼ਣ ਬਹੁਤ ਸੀ, 3 ਫੈਕਟਰ ਸੀ। ਸੋ ਜਿੱਦਾਂ ਹੁਣ ਪੰਜਾਬੀ ਉੱਦਾਂ ਹੀ ਸਰੀਰਕ ਤੌਰ 'ਤੇ ਤਗੜੇ ਆ, ਰਾਸ਼ਨ ਪਾਣੀ ਉਹਨਾਂ ਦਾ ਸੋਹਣਾ। ਤੁਸੀਂ ਅਜੇ ਵੀ ਦੇਖ ਲਓ ਪਰ ਕੈਪੀਟਾ ਫਾਰਮਰ ਜਿਹੜਾ ਪੰਜਾਬ ਦਾ ਰਿਚੈਸਟ, ਸੈਕੰਡ ਰਿਚੈਸਟ ਹਰਿਆਣਾ ਦਾ, ਸਭ ਤੋਂ ਥੱਲੇ ਬਿਹਾਰ ਦਾ ਹੁੰਦਾ ਹੈ ਨਾ। ਸੋ ਉਹ ਰਿਸੋਰਸਿਸ ਮਿਲਦੇ ਆ ਉਹਨਾਂ ਨੂੰ, ਖਾਣਾ ਅੱਛਾ ਮਿਲਦਾ, ਵਰਜਿਸ਼ ਕਰਦੇ ਆ, ਮਿਹਨਤ ਕਰਦੇ ਆ। ਸੋ ਇਹ ਸਾਰੇ ਫੈਕਟਰ ਤੁਹਾਡੇ ਇਮਿਊਨ ਸਿਸਟਮ ਨੂੰ ਬਰਕਰਾਰ ਰੱਖਣ ਦੇ ਵਿੱਚ ਸਹਾਈ ਹੁੰਦੇ। ਹੁਣ ਡਾਕਟਰ ਸਾਹਿਬ ਵੈਕਸੀਨ ਦੀ ਕਿੱਥੇ ਗੱਲ ਪਹੁੰਚੀ ਹੈ, ਜਿਹੜੀ ਫਾਈਜ਼ਰ ਦੀ, ਮੋਡਰਨਾ ਦੀ ਜਾਂ ਐਸਟਰਾਜ਼ੈਨੇਕਾ ਦੀ, ਕਿੱਥੇ ਆਪਾਂ ਕੈਨੇਡਾ ਦੇ ਵਿੱਚ ਪਰਟੀਕੁਲਰਲੀ ਕਿੱਥੇ ਕਰ? ਮੋਡਰਨਾ ਨੂੰ ਬਹੁਤ ਛੇਤੀ ਮਾਨਤਾ ਮਿਲ ਜਾਣੀ ਔਰ ਮੋਡਰਨਾ ਦੇ ਵੀ ਬਹੁਤ ਸਾਰੇ ਡੋਜ਼ਿਸ ਆਉਣੇ ਸ਼ੁਰੂ ਹੋ ਜਾਣੇ ਦਸੰਬਰ ਤੱਕ। ਆਨੰਦ ਹੁਣਾਂ ਨੇ ਸਾਨੂੰ ਦੱਸਿਆ ਸੀ। ਤੇ ਜਿਹੜੀ ਫਾਈਜ਼ਰ ਆ ਉਹਦੇ 20 ਮਿਲੀਅਨ ਡੋਜ਼ਿਸ ਅਸੀਂ ਪੈਸੇ ਭਰ ਚੁੱਕੇ ਹਾਂ, 20 ਮਿਲੀਅਨ ਦੇ ਅਸੀਂ ਮੋਡਰਨਾ ਦੇ ਭਰ ਚੁੱਕੇ ਹਾਂ। ਜਿਹੜੇ ਆਕਸਫੋਰਡ ਵਾਲੇ ਆ ਉਹਨਾਂ ਦੇ 20 ਮਿਲੀਅਨ ਭਰ ਚੁੱਕੇ ਹਾਂ। ਟੋਟਲ ਸਾਡੀ ਆਬਾਦੀ 38 ਮਿਲੀਅਨ ਹੈ, ਲੇਕਿਨ 410 ਮਿਲੀਅਨ ਡਿਫਰੈਂਟ ਕੰਪਨੀਜ਼ ਦੇ ਵੈਕਸੀਨ ਦੇ ਪੈਸੇ ਭਰ ਚੁੱਕੇ ਆ। ਉਹ 410 ਮਿਲੀਅਨ ਡੋਜ਼ਿਸ ਥੋੜੇ ਲੱਗਣੇ ਆ 38 ਮਿਲੀਅਨ ਲੋਕਾਂ ਨੂੰ, ਹੈ ਨਾ। 2 ਡੋਜ਼ ਚਲੋ ਲੱਗ ਜਾਣਗੇ, ਹੈ ਨਾ। 70-75 ਮਿਲੀਅਨ ਲੱਗ ਜਾਊਗਾ, ਉਹਦੇ ਵਿੱਚ 11% ਕਹਿੰਦੇ ਅਸੀਂ ਲਾਉਣੇ ਨਹੀਂ ਆ, ਬਾਕੀ ਅਸੀਂ ਗਰੀਬ ਕੰਟਰੀਆਂ ਨੂੰ ਦੇਵਾਂਗੇ ਜਿੱਥੇ ਹੈਲਪ ਦੀ ਲੋੜ ਆ। ਵੈਕਸੀਨੇਸ਼ਨ ਦੇ ਲਈ ਤੁਹਾਨੂੰ ਖੁਦ ਕਾਲ ਆਊਗੀ, ਇੱਦਾਂ ਨਹੀਂ ਵੀ ਤੁਸੀਂ ਹੁਣ ਹਸਪੀਟਲ ਦੌੜ ਜਾਓ ਵੀ ਮੋਢਾ ਆਪਣਾ ਚੱਕ ਕੇ ਵੀ ਮੇਰੇ ਟੀਕਾ ਲਾਓ, ਨਹੀਂ ਇੱਦਾਂ ਨਹੀਂ ਹੋਣਾ। ਰਿਸਕ ਫੈਕਟਰ ਦੇ ਆਧਾਰ ਦੇ ਉੱਤੇ ਹੀ ਹੁਣ ਇਸ ਵੇਲੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਲੱਗ ਰਿਹਾ, ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ ਬਜ਼ੁਰਗ ਹੈ ਉਹ ਸੈਕਿੰਡ ਜਦੋਂ ਮੋਡਰਨਾ ਆਊਗੀ ਉਦੋਂ ਈਜ਼ੀ ਹੋਊਗਾ, ਕਿਉਂਕਿ ਉਹ ਟਰਾਂਸਪੋਰਟ ਕਰਨੀ ਸੌਖੀ ਆ। ਇੱਕ ਹੁੰਦਾ ਨਾ ਵੀ ਜਦੋਂ ਤੁਹਾਨੂੰ ਪਿਆਸ ਹੈਗੀ ਤੁਸੀਂ ਖੂਹ ਕੋ ਜਾਂਦੇ ਹੋ ਪਾਣੀ ਵਾਸਤੇ, ਖੂਹ ਥੋੜੀ ਦੌੜ ਗਿਆ ਹੁੰਦਾ। ਸੋ ਉਹ ਜਿਹੜੇ -70 ਵਾਲੇ ਆ ਉਹ ਤਾਂ ਹਸਪੀਟਲਾਂ 'ਚ ਆ। ਸੋ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਸਟਾਫ ਕੰਮ ਕਰਨ ਵਾਲਾ ਉੱਥੇ ਜਾ ਕੇ ਟੀਕੇ ਲਵਾ ਰਹੇ ਆ, ਉਹ ਰੈਸੀਡੈਂਸ਼ੀਅਲ ਕੇਅਰ ਹੋਮ ਦੇ ਵਿੱਚ ਪੱਟ ਕੇ ਲੈ ਕੇ ਨਹੀਂ ਜਾ ਸਕਦੇ ਜਿਹੜੇ -70 ਵਾਲੇ ਫਰੀਜ਼ਰ। ਸੋ ਬਜ਼ੁਰਗਾਂ ਨੂੰ ਸੈਕਿੰਡ ਫੇਜ਼ 'ਚ ਲੱਗੂਗੀ ਜਦੋਂ ਮੋਡਰਨਾ ਦੀ ਵੈਕਸੀਨ ਆਊਗੀ। ਮੋਡਰਨਾ ਔਰ ਫਾਈਜ਼ਰ ਲਗਭਗ ਸੇਮ ਹੈਗੀ ਹੈ, ਟੈਕਨੋਲੋਜੀ ਸੇਮ ਆ, ਇਫੈਕਟ ਸੇਮ ਆ, ਪ੍ਰੋਟੈਕਸ਼ਨ ਸੇਮ ਆ। ਮੋਡਰਨਾ ਦਾ ਇਹੀ ਆ ਵੀ ਉਹਨੂੰ -20 'ਚ ਰੱਖਣਾ ਪੈਂਦਾ, ਜਦੋਂ ਬਾਹਰ ਕੱਢ ਲਈਏ ਤੇ 3 ਤੋਂ 4 ਹਫ਼ਤੇ ਫ੍ਰਿਜ 'ਚ ਵੀ ਰੱਖ ਸਕਦੇ। ਇਹਦਾ ਡਾਕਟਰ ਸਾਹਿਬ ਕੋਈ ਫਰਕ ਨਹੀਂ, ਅੱਧੇ ਕੈਨੇਡੀਅਨਸ ਨੂੰ ਮੋਡਰਨਾ ਦੀ ਲੱਗ ਗਈ, ਅੱਧਿਆਂ ਨੂੰ ਫਾਈਜ਼ਰ ਲੱਗ ਗਈ ਜਾਂ ਕੋਈ ਹੋਰ ਲੱਗ ਗਈ? ਕੋਈ ਅਰਜ਼ ਨਹੀਂ ਹੈਗਾ। ਤੁਸੀਂ ਦੇਖੋ ਹਿੰਦੁਸਤਾਨ 'ਚ ਓਰਲ ਪੋਲੀਓ ਦੀ ਬੂੰਦਾਂ ਪਿਲਾਈਆਂ ਜਾਂਦੀਆਂ, ਅਸੀਂ ਟੀਕੇ ਦੇ ਨਾਲ ਲਾਉਂਦੇ ਹਾਂ, ਹੈ ਨਾ। ਸੋ ਕੋਈ ਫਰਕ ਨਹੀਂ ਹੁੰਦਾ, ਵੈਕਸੀਨ ਲੱਗਣੀ ਚਾਹੀਦੀ ਆ। ਡਿਫਰੈਂਟ ਕੰਪਨੀਆਂ ਡਿਫਰੈਂਟ ਟੈਕਨੋਲੋਜੀ ਦੇ ਨਾਲ ਬਣਾਉਂਦੀਆਂ ਔਰ ਉਹਦੀ ਜਿਹੜੀ ਇਫਿਕੇਸੀ ਹੈਗੀ ਹੈ ਹੈਲਥ ਕੈਨੇਡਾ ਦੀ ਮਾਨਤਾ ਹੁੰਦੀ ਆ, ਉਹਦੇ ਸਾਈਡ ਇਫੈਕਟ ਵੀ ਦੇਖੇ ਜਾਂਦੇ। ਤਾਂ ਜਿਹੜੀ ਮੋਡਰਨਾ ਔਰ ਫਾਈਜ਼ਰ ਆ ਇਹਦੇ ਵਿੱਚ ਕੋਈ ਲਾਈਵ ਪਾਰਟੀਕਲ ਨਹੀਂ, ਕੋਈ ਸੈੱਲ ਲਾਈਨ ਨਹੀਂ ਹੈਗਾ।
ਸੋ ਇਹਦੇ ਚਾਂਸਸ ਆਫ ਸਾਈਡ ਇਫੈਕਟ ਹੋਣੇ ਐਕਸਟ੍ਰੀਮਲੀ ਰੇਅਰ ਆ। ਜਿਹੜੀ ਆਕਸਫੋਰਡ ਦੀ ਆ ਉਹਦੇ ਵਿੱਚ ਚਿੰਪੈਂਜ਼ੀ ਦਾ ਐਡੀਨੋ ਵਾਇਰਸ ਜਿਹੜਾ ਉਹਨਾਂ ਨੂੰ ਹੁੰਦਾ, ਉਹਦਾ ਸਟ੍ਰੇਨ ਲੈ ਕੇ ਕੋਵਿਡ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ 'ਚ ਥੋੜ੍ਹਾ ਜਿਹਾ ਵਾਇਰਸ ਪਾਰਟੀਕਲ ਹੈਗਾ, ਲੇਕਿਨ ਉਹਦੇ ਵਿੱਚ ਹੋਰ ਪ੍ਰੀਜ਼ਰਵੇਟਿਵਸ ਨਹੀਂ ਹੈਗੇ ਜਿਹੜੇ ਮਰਕਰੀ ਆ, ਥਾਇਓਮਰਸਲ ਜਿਹੜੀਆਂ ਅੱਜ ਤੋਂ 50-60 ਸਾਲ ਪਹਿਲਾਂ ਪਾਈਆਂ ਜਾਂਦੀਆਂ ਸੀ, ਕੁਝ ਨਹੀਂ ਹੈਗਾ। ਸੋ ਉਹ ਵੀ ਸੇਫ ਹੈਗਾ, ਲੇਕਿਨ ਉਹ 'ਚ ਐਡੀਨੋ ਵਾਇਰਸ ਦੇ ਪਾਰਟੀਕਲ ਜ਼ਰੂਰ ਹੈਗਾ। ਡਾਕਟਰ ਸਾਹਿਬ, ਇੱਕ ਹੋਰ ਅੱਜ ਵਾਸ਼ਿੰਗਟਨ ਪੋਸਟ ਦੀ ਨਿਊਜ਼ ਸੀਗੀ ਕਿ ਵੈਕਸੀਨ ਦੇ ਵਿੱਚ ਪੋਰਕ ਦਾ ਕੋਈ ਪਾਰਟ ਜਾਂ ਕੁਝ ਹੈਗਾ? ਕੁਝ ਨਹੀਂ ਹੈਗਾ, ਕੁਝ ਨਹੀਂ। ਮੈਂ ਆਲਰੇਡੀ ਇਹਦੇ ਉੱਤੇ 2-3 ਪ੍ਰੋਗਰਾਮ ਕਰ ਚੁੱਕਿਆ। ਜਿਹੜੀ ਫਾਈਜ਼ਰ ਔਰ ਮੋਡਰਨਾ ਔਰ ਆਕਸਫੋਰਡ ਦੀ ਜਿਹੜੀ ਵੈਕਸੀਨ ਹੈ, ਇਹ 'ਚ ਕੋਈ ਵੀ ਐਨੀਮਲ ਪ੍ਰੋਡਕਟ, ਕੋਈ ਵੀ ਅਬੋਰਟਡ ਫੀਟਲ ਸੈੱਲ ਲਾਈਨ, ਕੋਈ ਵੀ ਖੂਨ ਦਾ ਪ੍ਰੋਡਕਟ, ਕੁਝ ਨਹੀਂ ਹੈਗਾ। ਜੋ ਉਹ ਐਂਟੀ ਵੈਕਸੀਨਰ ਜਿਹੜੇ ਹੈਗੇ ਪੁਰਾਣੇ, ਅੱਜ ਤੋਂ ਜਿਹੜੀ 50 ਸਾਲ ਪਹਿਲਾਂ ਵੈਕਸੀਨ ਬਣਦੇ ਸੀ, ਉਹ ਡੇਟਾ ਕੱਢ ਕੇ ਹੁਣ ਗੂਗਲ ਤੋਂ ਸਾਹਮਣੇ ਲੈ ਕੇ ਆ ਰਹੇ ਆ। ਕੋਈ ਇਹਦੇ ਵਿੱਚ ਹਲਾਲ ਨਹੀਂ ਆ, ਕੋਈ ਕੋਸ਼ਰ ਨਹੀਂ ਹੈਗਾ, ਇਹਦੇ ਵਿੱਚ ਤਾਂ ਹੈ ਹੀ ਨਹੀਂ ਹੈ। ਡਾਕਟਰ ਸਾਹਿਬ ਕਹਿੰਦੇ ਜਿਹੜੀਆਂ ਇਸਲਾਮਿਕ ਕੰਟਰੀਜ਼ ਆ ਉਹਨਾਂ ਨੂੰ ਬੜੀ ਚਿੰਤਾ ਪਈ ਹੈ, ਇਸ ਗੱਲ ਦੀ ਕੰਟਰੋਵਰਸੀ ਹੋਈ ਹੈ ਵੀ ਇਹਦੇ ਵਿੱਚ ਤੇ ਸੂਰ ਦਾ ਮਾਸ ਆ। ਨਹੀਂ, ਉਹ ਵੀਡੀਓ ਵਾਇਰਲ ਹੋ ਗਈ ਸੀ ਜਿਹੜਾ ਬੰਦਾ ਹਲਾਲ ਕਰਕੇ ਰੋਣ ਡਿਆ ਸੀ, ਹੈ ਨਾ। ਤੇ ਉਹਦੇ ਪ੍ਰਤੀ ਫਿਰ ਅੱਜ ਮੈਨੂੰ ਕਈ ਪ੍ਰੋਗਰਾਮ ਕਰਨੇ ਪਏ ਵੀ ਦੇਖੋ ਇਹਦੇ ਵਿੱਚ ਮਾੜਾ ਜਿਹਾ ਲੂਣ ਹੈਗਾ, ਮਾੜਾ ਜਿਹਾ ਸ਼ੂਗਰ ਹੈਗੀ, ਹੈ ਨਾ। ਉਹ ਤਾਂ ਨੈਚੁਰਲ ਚੀਜ਼ਾਂ ਹੈਗੀਆਂ ਜੀ। ਇਹਦੇ ਜਿਹੜਾ ਲਿਪਿਡ ਨੈਨੋ ਪਾਰਟੀਕਲ ਆ ਉਹ ਪਲਾਂਟ ਤੋਂ ਲੈਂਦਾ, ਤੇ ਇਹਦਾ ਜਿਹੜਾ ਮੈਸੇਂਜਰ ਆਰਐਨਏ ਉਹ ਸਿੰਥੈਟਿਕ ਹੈ। ਕੋਈ ਵੀ ਇਹਦੇ ਵਿੱਚ ਲਾਈਵ ਚੀਜ਼ ਨਹੀਂ ਆ, ਕੋਈ ਵੀ ਪੋਰਕ ਦੀ ਚੀਜ਼ ਨਹੀਂ ਆ, ਕੋਈ ਵੀ ਖੂਨ ਵਾਲੀ ਵਸਤੂ ਨਹੀਂ ਹੈਗੀ, ਨਾ ਹੀ ਇਹਦੇ ਅਬੋਰਟਡ ਫੀਟਲ ਸੈੱਲ ਲਾਈਨ ਹੈਗੇ ਜਿਹੜੇ MI5 ਦੇ ਕੋਈ ਰਿਸਰਚ ਦੇ ਪੇਪਰਸ ਦੇ ਵਿੱਚ ਅੱਜ ਤੋਂ 60-70 ਸਾਲ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਲੇਕਿਨ ਇਹਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈ। ਇਹ ਬਿਲਕੁਲ ਸੇਫ ਆ, ਬਿਲਕੁਲ ਨਿਊ ਟੈਕਨੋਲੋਜੀ ਦੇ ਨਾਲ ਬਣੀ, ਔਰ ਇਹਦੀ ਜਿਹੜੀ ਸੋਚ ਅੱਜ ਤੋਂ 5 ਸਾਲ ਪਹਿਲਾਂ ਵਿਕਸਿਤ ਹੋ ਰਹੀ ਸੀ ਵੀ ਗਾਹੇ ਬਗਾਏ ਕੋਈ ਪੈਂਡੇਮਿਕ ਆਏਗਾ ਤਾਂ ਅਸੀਂ ਇਹ ਟੈਕਨੋਲੋਜੀ ਦੇ ਨਾਲ ਬਣਾਉਣੀ ਹੈ, ਔਰ ਉਹ ਟੈਕਨੋਲੋਜੀ ਜਿਹੜੀ ਕਾਮਯਾਬ ਹੋਈ ਆ। ਔਰ ਤੁਸੀਂ 95% ਇਫੈਕਟਿਵਨੈਸ ਦੇਖੋ, ਬਹੁਤ ਵਧੀਆ ਹੁੰਦਾ। ਡਾਕਟਰ ਸਾਹਿਬ, ਓਵਰਆਲ ਸਾਰਾ ਕੁਝ ਠੀਕ ਹੋ ਜਾਊਗਾ ਅਗਲੇ ਸਾਲ ਦੇ ਅੰਤ ਤੱਕ ਜਾਂ ਅਜੇ? ਕੈਨੇਡਾ ਦੇ ਵਿੱਚ ਤਾਂ ਹੋਊਗਾ, ਲੇਕਿਨ ਪੂਰੇ ਸੰਸਾਰ ਦੇ ਵਿੱਚ ਠੀਕ ਹੋਣ ਦੇ ਸਨ 2022 ਸਮਰ ਆ ਜਾਊਗਾ, ਕਿਉਂਕਿ ਹਰ ਇੱਕ ਨੂੰ ਵੈਕਸੀਨੇਸ਼ਨ ਲੱਗਣੀ ਹੈ, ਹਰ ਇੱਕ ਕੰਟਰੀ ਦਾ ਆਪਣਾ ਆਪਣਾ ਪ੍ਰੋਟੋਕਾਲ ਹੈ। ਹੁਣ ਦੇਖੋ, ਮੈਂ ਫਿਰ ਕਹਿ ਰਿਹਾ, ਸਾਡੇ ਪ੍ਰਧਾਨ ਮੰਤਰੀ ਨੇ 410 ਮਿਲੀਅਨ ਡੋਜ਼ਸ ਬਾਏ ਕੀਤੇ, ਹੈ ਨਾ। ਪੈਸੇ ਹੈਗੇ, ਕਈ ਕੰਟਰੀਆਂ 'ਚ ਇਮਿਊਨਾਈਜੇਸ਼ਨ ਪ੍ਰੋਗਰਾਮ ਹੀ ਨਹੀਂ ਹੈਗਾ, ਉਹ ਕਿੱਥੇ ਜਾਣਗੇ, ਉਹ ਕਿੱਥੋਂ ਰਿਲਾਈ ਕਰਨਗੇ। ਕਈ ਕੰਟਰੀ 'ਚ ਕਿਹਾ ਜਾ ਰਿਹਾ ਵੀ ਈਵਨ ਆਕਸਫੋਰਡ ਵਾਲੀ ਵੈਕਸੀਨ ਹੈ ਉਹ ਤੁਹਾਨੂੰ $50 ਤੋਂ $250 'ਚ ਲੈਣੀ ਪਊਗੀ। ਹੁਣ ਜਿਹੜਾ ਗਰੀਬ ਆ ਉਹ $250 ਦੀ ਵੈਕਸੀਨ ਲਾਊਗਾ ਕਿ ਉਹ ਦਿਹਾੜੀ ਲਾ ਕੇ ਆਪਣੇ ਬੱਚਿਆਂ ਨੂੰ ਪਾਲੂ। ਸੋ ਮਲਟੀਪਲ ਫੈਕਟਰਸ ਜਿਹੜੇ ਹੈਗੇ ਆ ਸਾਹਮਣੇ। WHO ਨੇ ਆਲਰੇਡੀ ਕਮੇਟੀ ਜਿਹੜੀ ਹੈਗੀ ਆ ਇਹਦੇ ਉੱਤੇ ਬਿਠਾਈ ਹੋਈ ਆ ਵੀ ਜਿਹੜੀ ਕੰਟਰੀਆਂ ਨਹੀਂ ਅਫੋਰਡ ਕਰ ਸਕਦੀ ਉਹਨਾਂ ਨੂੰ ਵੀ ਫ੍ਰੀ ਵੈਕਸੀਨ ਲਾਉਣੀ ਚਾਹੀਦੀ ਆ, ਕਿਉਂਕਿ ਦੇਖੋ ਜਿਹੜੀ ਹਿਊਮਨ ਰੇਸ ਹੈ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ, ਉਹ ਸਾਡੇ ਭੈਣ ਭਰਾ ਹੀ ਆ, ਔਰ ਉੱਦਾਂ ਵੀ ਤਾਂ ਅਸੀਂ ਦਸਵੰਧ ਤੇ ਕੱਢਣਾ ਹੀ ਹੈ ਨਾ। ਸੋ ਅਸੀਂ ਹਰ ਇੱਕ ਪੱਖ ਤੋਂ ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਵੀ ਪ੍ਰੋਟੈਕਸ਼ਨ ਦਈਏ ਤਾਂ ਕਿ ਉਹ ਵੀ ਸੁਰੱਖਿਅਤ ਰਹਿਣ। ਜਦੋਂ ਉਹ ਵੀ ਪ੍ਰੋਟੈਕਟਿਡ ਹੋਣਗੇ ਫਿਰ ਟਰੈਵਲਿੰਗ ਵਧੀਆ ਹੋ ਸਕਦੀ, ਜਿੱਦਾਂ ਪਹਿਲਾਂ ਕਰ ਸੀ, ਕਿਉਂਕਿ ਉਹ ਸਾਨੂੰ ਨਹੀਂ ਦੇ ਸਕਦੇ, ਅਸੀਂ ਉਹਨਾਂ ਨੂੰ ਨਹੀਂ ਦੇ ਸਕਦੇ। ਸੋ ਜ਼ਿੰਦਗੀ ਜਿਹੜੀ ਹੈਗੀ ਆ ਨਾ, ਅਗਲੇ ਸਮਰ ਨਹੀਂ ਉਸ ਤੋਂ ਅਗਲੇ ਸਮਰ 'ਚ ਵਰਲਡ ਵਾਈਡ ਵਧੀਆ ਹੋਏਗੀ। ਕੈਨੇਡਾ 'ਚ ਅਗਲੇ ਅਕਤੂਬਰ ਤੱਕ ਬਹੁਤ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੋਏਗੀ, ਔਰ ਕੋਵਿਡ ਜੀ ਬਹੁਤ ਥੱਲੇ ਆ ਚੁੱਕੇ ਹੋਣਗੇ ਨਾਰਥ ਅਮਰੀਕਾ ਦੇ ਵਿੱਚ। ਤੇ ਡਾਕਟਰ ਸਾਹਿਬ, ਇਹ ਤਾਂ ਵੈਕਸੀਨ ਹੋ ਗਈ ਵੀ ਜਿਹੜੇ ਬੰਦੇ ਨੂੰ ਕਿਸੇ ਨੂੰ ਲੱਗ ਗਈ ਉਹਨੂੰ ਹੋਊਗਾ ਹੀ ਨਹੀਂ। ਇਹ ਜਿਹਨੂੰ ਹੋ ਗਿਆ ਉਹਦਾ ਇਲਾਜ ਠੀਕ ਠਾਕ ਤਰੀਕੇ ਨਾਲ ਹੋ ਜਾਵੇ, ਉਸ ਪਾਸੇ ਵੀ ਕੋਈ ਰਿਸਰਚ ਹੋ ਰਹੀ, ਦਵਾਈ ਬਣ ਰਹੀ ਹੈ ਜਾਂ ਬਣ ਗਈ? ਜੀ, ਬਹੁਤ ਸਾਰੀ ਰਿਸਰਚ ਹੋ ਰਹੀ ਹੈ, ਔਰ ਮੇਰੀ ਬੇਟੀ ਚਿਲੀਵੇਕ ਐਬਟਸਫੋਰਡ 'ਚ ਰੋਜ਼ ਡੀਲ ਕਰਦੀ ਹੈ ਕੋਵਿਡ ICU 'ਚ ਪੇਸ਼ੈਂਟਸ ਨੂੰ, ਹੈ ਨਾ। ਅੱਛਾ ਜੀ। ਉਹ ਕਾਫੀ ਸਟੀਰੋਇਡ ਯੂਜ਼ ਕਰਦੇ, ਡੈਕਸਾਮੇਥਾਸੋਨ, ਹੋਰ ਦਵਾਈਆਂ ਯੂਜ਼ ਕਰ ਰਹੇ ਇਨਵੈਸਟੀਗੇਸ਼ਨਲ। ਇਹ ਸਿੰਪਟਮਸ ਦੇ ਉੱਤੇ ਡਿਪੈਂਡ ਕਰਦਾ ਵੀ ਉਹਨਾਂ ਦੀ ਕਿੰਨੀ ਕੁ ਲੰਗ ਇੰਜਰੀ ਹੈ, ਕਿੰਨੀ ਕੁ ਸੋਜ ਹੈ, ਉਸ ਹਿਸਾਬ ਦੇ ਨਾਲ। ਜਿਹੜਾ ਵਾਇਰਸ ਨੂੰ ਕਿਲ ਕਰਨ ਵਾਲੀ ਕੋਈ ਦਵਾਈ ਨਹੀਂ। ਜਦੋਂ ਆਪਾਂ ਕਹਿੰਦੇ ਹਾਂ ਨਾ ਤੇਰੇ ਬੈਕਟੀਰੀਆ ਦਾ ਹੋਇਆ ਵੀ ਤੂੰ ਐਂਟੀਬਾਇਓਟਿਕ ਲੈ ਲਾ, ਹੈ ਨਾ, ਕੋਈ ਦਵਾਈ ਨਹੀਂ ਨਾ ਬਣਨੀ, ਕਿਉਂਕਿ ਵਾਇਰਸ ਜਿਹੜੇ ਹੈਗੇ ਆ ਉਹ ਧਾਗੇ ਵਾਂਗਰ ਹੁੰਦੇ। ਜਿਹੜਾ ਐਂਟੀਬਾਇਓਟਿਕ ਹੈਗਾ, ਜਿੱਦਾਂ ਹੁਣ ਅੰਗੂਰ ਦਾ ਦਾਣਾ ਹੈ ਨਾ, ਉਹਦੇ 'ਚ ਪਾਣੀ ਭਰਿਆ ਹੋਇਆ, ਉਹ ਐਂਟੀਬਾਇਓਟਿਕ ਮੋਰੀਆਂ ਕਰ ਦਿੰਦਾ, ਪਾਣੀ ਲੀਕ ਆਊਟ ਹੋ ਜਾਂਦਾ, ਅੰਗੂਰ ਫਿਸ ਗਿਆ। ਉਹ ਬੈਕਟੀਰੀਆ ਦਾ ਸੈੱਲ ਵਾਲ ਹੁੰਦਾ, ਵਾਇਰਸ ਦਾ ਕੋਈ ਸੈੱਲ ਵਾਲ ਨਹੀਂ। ਇੱਕ ਛੋਟਾ ਜਿਹਾ ਪਤਲਾ ਜਿਹਾ ਸੂਖਮ ਇਲੈਕਟ੍ਰੋਨ ਮਾਈਕਰੋਸਕੋਪ ਥੱਲੇ ਦਿਖਦਾ ਧਾਗਾ ਹੀ ਆ। ਸੋ ਇਹ ਇੱਕ ਬੜੀ ਤਰਾਸਦੀ ਵਾਲੀ ਗੱਲ ਹੈ ਵੀ ਬਹੁਤ ਸਾਰੇ ਵਾਇਰਸਿਸ ਦੇ ਉੱਤੇ ਕੋਈ ਦਵਾਈ ਕਾਮਯਾਬ ਨਹੀਂ ਹੁੰਦੀ, ਜਿਹਦੇ ਵਿੱਚ ਅਸੀਂ ਅੱਜ ਤੋਂ 40 ਸਾਲ ਤੋਂ ਏਡਸ ਦੇ ਨਾਲ ਵੀ ਜੂਝ ਰਹੇ ਹਾਂ, ਜਿਹਦੇ ਵਿੱਚ ਆਪਾਂ ਮਲਟੀਪਲ ਡਰੱਗ ਉਹਨਾਂ ਨੂੰ ਦਿੰਦੇ 3 ਤੋਂ ਜ਼ਿਆਦਾ। ਕੁਛ ਇੱਕ ਵਾਇਰਸ ਹੈਗੇ ਜਿੱਦਾਂ ਹੁਣ ਜਿਹਨੂੰ ਆਪਾਂ ਜਨਾਊ ਕਹਿੰਦੇ ਆ ਜਾਂ ਹਰਪੀਸ ਜੋਸਟਰ ਕਹਿੰਦੇ ਆ,
ਉਹਦੇ ਲਈ ਇਹ ਦਵਾਈਆਂ ਬਣ ਰਹੀਆਂ। ਉਹ ਵੀ ਜਿਹੜੇ ਹੈਗੇ ਆ ਉਹਦੀ ਡਿਊਰੇਸ਼ਨ ਜਿਹੜੀ ਘਟਾਉਂਦੇ ਆ, ਜਿਹੜੇ ਇੱਥੇ ਹੋ ਜਾਂਦੇ ਫਿੰਸੀਆਂ ਜਾਂ ਅੱਖ ਦੇ ਇੱਥੇ ਹੈ ਨਾ ਆਪਾਂ ਜਿਹਨੂੰ ਜਨੇਊ ਕਹਿੰਦੇ ਆ ਜਾਂ ਹਰ ਉਹਦੀ ਡਿਊਰੇਸ਼ਨ ਆਫ ਇਨਫੈਕਟਿਵਿਟੀ ਘਟਾਉਂਦੇ ਆ ਔਰ ਤੁਹਾਡਾ ਫੀਵਰ ਘਟਾਉਂਦੇ ਆ। ਬਟ ਵਾਇਰਸ ਨੂੰ ਉਹ ਵੀ ਨਹੀਂ ਮਤਲਬ ਜ਼ਿਆਦਾ ਹੈਂਡਲ ਕਰ ਸਕਦੇ। ਸੋ ਸਾਡੇ 4 ਬਿਲੀਅਨ ਸਾਲ ਪੁਰਾਣੀ ਧਰਤੀ ਆ ਤੇ 2 ਬਿਲੀਅਨ ਸਾਲ ਤੋਂ ਵਾਇਰਸ ਦੀ ਧਰਤੀ ਦੇ ਉੱਤੇ ਹੈਗੇ ਆ। ਸਾਡੀ ਹੁਣ ਧਰਤੀ ਤੇ 4 ਮਿਲੀਅਨ ਸਾਲ ਤੋਂ ਅਸੀਂ ਉਹਨਾਂ ਦੀ ਟੈਰੀਟਰੀ 4 ਮਿਲੀਅਨ ਹਾਂ ਸਾਇੰਟੀਫਿਕ ਬੇਸਿਸ 'ਚ। ਤੇ ਜਿਹੜੀ ਵਾਇਰਸ ਹੈਗਾ ਉਹ 2 2 ਬਿਲੀਅਨ ਸਾਲ ਤੋਂ ਧਰਤੀ ਦੇ ਉੱਤੇ ਇਹਨਾਂ ਦਾ ਰਿਸਰਚ ਬੇਸਡ ਪਾਇਆ ਜਾਂਦਾ। ਸੋ ਉਹ ਉਹਨਾਂ ਟਾਈਮ ਸਰਵਾਈਵ ਕਰਦੇ ਆਏ ਆ। ਕਈ ਡਾਇਨਾਸੌਰ ਦੀ ਨਸਲਾਂ ਆਈਆਂ, ਕਈ ਚਲੇ ਗਈਆਂ, ਵਾਇਰਸ ਤਾਂ ਵੀ ਸਰਵਾਈਵ ਕਰਦੇ ਆਏ ਆ। ਦੇਖੋ ਜੁਰਾਸਿਕ ਪੀਰੀਅਡ ਅੱਜ ਤੋਂ 180 ਮਿਲੀਅਨ ਸਾਲ ਪਹਿਲਾਂ ਹੋਇਆ, ਜਿਹੜੇ ਨਹੀਂ ਵੱਡੇ ਵੱਡੇ ਜੁਰਾਸਿਕ ਡਾਇਨਾਸੌਰ ਬੱਚੇ ਬਹੁਤ ਲਾਈਕ ਕਰਦੇ ਆ। ਟਾਇਰਲ ਮਿਊਜ਼ੀਅਮ ਮੈਂ ਗਿਆ ਸੀ, ਉੱਥੇ ਕੈਲਗਰੀ ਤੋਂ ਉੱਪਰ ਜਾਣਾ ਪੈਂਦਾ ਡਰਮ ਹੈਲਰ ਦੇ ਲਾਗੇ। ਹਾਂ ਉੱਥੇ ਬੱਚਿਆਂ ਨੂੰ ਲੈ ਕੇ ਜਾਇਆ ਕਰੋ ਹੈ ਨਾ ਜਦੋਂ ਛੁੱਟੀਆਂ ਹੋਣਗੀਆਂ ਫਿਊਚਰ 'ਚ। ਕਿਹੜੀ ਜਗ੍ਹਾ ਡਾਕਟਰ ਤੁਸੀਂ? ਡਰਮ ਹੈਲਰ DRUMHELLER ਟਾਇਰਲ ਰਾਇਲ ਅਲੈਗਜ਼ੈਂਡਰ ਟਾਇਰਲ ਮਿਊਜ਼ੀਅਮ ਉਹ ਹੈਗਾ। ਤੇ ਉਹ ਹੁਡੂਸ ਦੇ ਵਿੱਚੋਂ ਜਾਣਾ ਪੈਂਦਾ, ਬੜੇ ਸੀਨਿਕ ਜਿਹਾ ਵੇਵ ਹੈਗਾ। ਹਰ ਸਾਲ ਬੱਚਿਆਂ ਨੂੰ ਲੈ ਕੇ ਉਹ ਐਕਸਕੇਵੇਸ਼ਨ ਵੀ ਕਰ ਸਕਦੇ ਡਾਇਨਾਸੌਰਸ ਦੀ, ਅਜੇ ਵੀ ਉੱਥੇ ਕਾਫੀ ਹੈਗੇ। ਐਲਬਰਟਾਸੌਰਸ ਦਾ ਜਿਹੜਾ ਅਵਿਸ਼ਕਾਰ ਆ ਜਾਂ ਰਿਸਰਚ ਉੱਥੇ ਹੋਏ ਸੀ। ਸੋ ਉਹ ਪੀਰੀਅਡ ਜਿਹੜਾ ਖਤਮ ਹੋਇਆ ਐਕਚੁਅਲੀ ਜਿਹੜੀ ਸਾਡਾ ਪੈਟਰੋਲ ਇੰਡਸਟਰੀ ਆ ਉਹ ਸਾਰੇ ਪੁਰਾਣੇ ਡਾਇਨਾਸੌਰ ਬਨਸਪਤੀ ਜਿਹੜੀ ਥੱਲੇ ਕੰਪਰੈਸਡ ਆ ਉਹਦੇ ਤੋਂ ਅਸੀਂ ਐਨਰਜੀ ਡਰਾਈਵ ਕਰਕੇ ਯੂਜ਼ ਕਰ ਰਹੇ ਸੀ। ਲੇਕਿਨ ਆਉਣ ਵਾਲੇ 10-20 ਸਾਲ 'ਚ ਉਹ ਟੈਕਨੋਲੋਜੀ ਹੁਣ ਸ਼ਿਫਟ ਹੋ ਕੇ ਇਲੈਕਟ੍ਰਿਕ ਕਾਰਸ 'ਚ ਆ ਜਾਣੀ ਹੈ ਨਾ। ਸੋ ਕਹਿਣ ਦੀ ਮਨੋਰਥ ਹੈਗੀ ਆ ਵੀ ਵਾਇਰਸ ਨੇ ਧਰਤੀ ਦੇ ਉੱਤੇ 2 ਬਿਲੀਅਨ ਸਾਲ ਤੋਂ ਆਪਣਾ ਝੰਡਾ ਗੱਡਿਆ ਹੋਇਆ ਔਰ ਝੰਡਾ ਗੱਡਿਆ ਰਹੂਗਾ। ਇਨਸਾਨ 4 ਮਿਲੀਅਨ ਸਾਲ ਤੋਂ ਰਹਿ ਰਿਹਾ, ਲੇਕਿਨ ਅਸੀਂ ਜਿਹੜੇ ਵਾਇਰਸਿਸ ਦੇ ਬਾਰੇ ਜਾਣੂ ਸਾਨੂੰ ਤਾਂ ਪਿਛਲੇ ਕੁਝ 100 ਸਾਲ ਤੋਂ ਮਸਾਂ ਆਈ, ਜਦੋਂ ਇਹ ਮਾਈਕਰੋਸਕੋਪ ਹੋਣੇ ਸ਼ੁਰੂ ਹੋਏ ਉਸ ਤੋਂ ਪਹਿਲਾਂ ਤਾਂ ਨੌਲੇਜ ਵੀ ਨਹੀਂ ਸੀ। ਹੋ ਸਕਦਾ ਕਈ ਚੀਜ਼ਾਂ ਹੋਰ ਵੀ ਹੋਣ। ਜਿਹੜੀ 84 ਲੱਖ ਜੂਨ ਮਹਾਰਾਜ ਕਹਿੰਦੇ ਆ ਸਾਨੂੰ ਪਤਾ ਹੀ ਨਹੀਂ। ਹਾਂ ਉਹਦੇ ਵਿੱਚ ਸਾਇੰਸ ਨੇ ਕੱਢਿਆ ਹੋਇਆ ਵੀ ਇੰਨੀ ਕੁ ਤਾਂ ਹੈਗੀਆਂ, ਬਟ 84 ਲੱਖ ਜੂਨ ਤੱਕ ਅਜੇ ਸਾਇੰਸ ਦਾ ਵੀ ਜਿਹੜਾ ਹੈਗਾ ਦਿਮਾਗ ਨਹੀਂ ਗਿਆ। ਸੋ ਰਿਸਰਚ ਹੁੰਦੀ ਰਹਿੰਦੀ ਆ, ਨਵੀਂ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਹਾਂ। ਲੇਕਿਨ ਇਹ ਜਿਹੜਾ ਨਵਾਂ ਮਿਊਟੇਸ਼ਨ ਹੋਇਆ ਇਹ ਸੁਭਾਵਿਕ ਸੀ। ਹਾਂ ਇਹ ਜ਼ਰੂਰ ਇੱਕ ਤੋਂ ਦੂਜੇ ਦੇ ਵਿੱਚ ਫੈਲਦਾ ਫਾਸਟ ਆ, ਲੇਕਿਨ ਓਨਾ ਹੀ ਘਾਤਕ ਆ ਜਿੰਨਾ ਪੁਰਾਣਾ ਕੋਵਿਡ ਸੀ, ਉਸ ਤੋਂ ਜ਼ਿਆਦਾ ਘਾਤਕ ਨਹੀਂ ਆ। ਔਰ ਜਿਹੜੀ ਵੈਕਸੀਨ ਫਾਈਜ਼ਰ ਦੀ, ਮੋਡਰਨਾ ਦੀ ਜਾਂ ਈਵਨ ਆਕਸਫੋਰਡ ਦੀ ਲੱਗੂਗੀ ਉਹ ਇਨਫ ਹੋਊਗੀ ਇਹਦੀ ਪ੍ਰੋਟੈਕਸ਼ਨ ਵਾਸਤੇ ਵੀ। ਡਾਕਟਰ ਸਾਹਿਬ ਇੱਕ ਵਾਇਰਸ ਬਾਰੇ ਸਾਨੂੰ ਦੱਸਿਓ। ਕੁਝ ਲੋਕ ਕਹਿੰਦੇ ਇਹਦਾ ਪਤਾ ਹੀ ਨਹੀਂ ਵੀ ਜਿੱਦਾਂ ਸਾਡੇ ਕੋਲ ਕੋਈ ਸ਼ੂਗਰ ਕ੍ਰਿਸਟਲ ਆ, ਖੰਡ ਆ, ਲੂਣ ਆ, ਨਿਰਜੀਵ ਚੀਜ਼ਾਂ ਆ, ਕੋਈ ਸਾਡੇ ਕੋਲ ਜੀਵਦੀਆਂ ਚੀਜ਼ਾਂ ਆ, ਪਲਾਂਟਸ ਆ, ਅਸੀਂ ਆ, ਐਨੀਮਲਸ ਆ, ਕਹਿੰਦੇ ਇਹਦਾ ਪਤਾ ਹੀ ਨਹੀਂ ਇਹ ਜਿਉਂਦਾ ਆ ਕਿ ਨਹੀਂ ਜਿਉਂਦਾ। ਇਹ ਵੀ ਗੱਲ ਠੀਕ ਹੈ ਜੀ? ਦੇਖੋ ਅਗਰ ਵਾਇਰਸ ਉੱਥੇ ਪਿਆ ਆ ਹੈ ਨਾ ਤਾਂ ਉਹਦੇ ਵਿੱਚ ਕੋਈ ਵੀ ਐਕਟੀਵਿਟੀ ਨਹੀਂ ਆ, ਲੇਕਿਨ ਅਗਰ ਉਹ ਬਾਡੀ ਦੇ ਵਿੱਚ ਚਲਾ ਗਿਆ ਤੇ ਉਹਦੇ ਵਿੱਚ ਜੈਨੇਟਿਕ ਕੋਡਿੰਗ ਤੇ ਹੈਗੀ ਆਪਣੇ ਆਪ ਨੂੰ ਰੈਪਲੀਕੇਟ ਕਰਨ ਦੀ। ਸੋ ਆਪਣੀ ਹੋਂਦ ਆਪ ਨਹੀਂ ਬਣਾ ਸਕਦਾ। ਜਿੱਦਾਂ ਹੁਣ ਸਮਝੋ ਇੱਕ ਜੋੜਾ ਆਇਆ ਜਿਨ੍ਹਾਂ ਦਾ ਵਿਆਹ ਹੋਇਆ, ਉਹ ਬੱਚੇ ਪ੍ਰੋਡਿਊਸ ਕਰ ਸਕਦੇ ਜੀ। ਵਾਇਰਸ ਦਾ ਮੀਟਿੰਗ ਨਹੀਂ ਹੁੰਦੀ, 1 ਤੋਂ 2 ਵਾਇਰਸ ਮਿਲ ਕੇ ਤੀਜਾ ਵਾਇਰਸ ਨਹੀਂ ਬਣਾ ਸਕਦੇ। ਓਕੇ ਉਹਨਾਂ ਨੂੰ ਇੱਕ ਸੈੱਲ ਚਾਹੀਦਾ, ਭਾਵੇਂ ਹਿਊਮਨ ਸੈੱਲ ਹੋਏ, ਐਨੀਮਲ ਸੈੱਲ ਹੋਏ। ਹੁਣ ਦੇਖੋ ਜਿਹੜੇ ਮਿੰਕ ਹੈਗੇ ਉਹ ਵੀ ਕਤਲੇਆਮ ਕੀਤੇ ਜਾ ਰਹੇ UK 'ਚ, ਕਿਉਂਕਿ ਮਿੰਕ ਦੇ ਵਿੱਚ ਵੀ ਇਹ ਸਟ੍ਰੇਨ ਪਾਈ ਜਾ ਰਹੀ ਸੀ UK ਦੇ ਵਿੱਚ। ਜਾਂ ਮੱਛੀ ਹੋਵੇ ਜਾਂ ਬਰਡ ਹੋਵੇ, ਸੋ ਉਹਨੂੰ ਇੱਕ ਸੈੱਲ ਜਾਂ ਬਨਸਪਤੀ ਦਾ ਇੱਕ ਸੈੱਲ ਚਾਹੀਦਾ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਰੈਪਲੀਕੇਟ ਕਰੇ। ਆਪਣੇ ਆਪ ਤੇ ਉਹ ਨਹੀਂ ਕਰ ਸਕਦਾ। ਸੋ ਪੁਰਾਣੇ ਕਈ ਪੁਸਤਕਾਂ ਇਹਨੂੰ ਇਨਰਟ ਮੀਨਸ ਵੀ ਜਿਹੜਾ ਆਪਣੇ ਆਪ 'ਚ ਕੁਛ ਕਰਨ ਯੋਗ ਨਹੀਂ ਹੈਗਾ, ਇਹਨੂੰ ਕੋਈ ਹੋਰ ਹੋਸਟ ਚਾਹੀਦਾ। ਜਿੱਦਾਂ ਆਪਾਂ ਕਹਿ ਸਕਦੇ ਹੁਣ ਮੈਂ ਇੱਕ ਵਾਰੀ ਨਾ ਨਿੱਕਾ ਸੀ ਜਦੋਂ ਪਿੰਡ ਗਿਆ ਸੀ ਨਾ, ਤੇ ਮੱਝਾਂ ਸੀ ਸਾਡੀ ਦਾਦੀ ਨੇ ਰੱਖੀਆਂ ਤੇ ਉਹਨਾਂ ਦੇ ਉੱਤੇ ਨਾ ਉਹ ਲੀਚਾਂ ਜਿਹੜੀਆਂ ਹੈਗੀਆਂ ਸੀ ਉਹ ਖੂਨ ਸੱਕ ਕਰਦੀਆਂ ਸੀ ਹੈ ਨਾ। ਸੋ ਲੀਚ ਜਿਹੜੀ ਹੈਗੀ ਉਹਦਾ ਫੂਡ ਦਾ ਹੈਗਾ ਖੂਨ, ਲੇਕਿਨ ਉਹਨੂੰ ਕਿਸੇ ਹੋਰ ਦਾ ਹੀ ਕਰਨਾ ਪੈਣਾ ਸੱਕ ਹੈ ਨਾ, ਆਪਣਾ ਤਾਂ ਖੂਨ ਸੱਕ ਨਹੀਂ। ਸੋ ਇਸ ਲਈ ਵਾਇਰਸ ਨੂੰ ਕੋਈ ਹੋਰ ਹੋਸਟ ਚਾਹੀਦਾ, ਆਪਣੇ ਆਪ 'ਚ ਉਹ ਇਨਰਟ ਹੈਗਾ। ਲੇਕਿਨ ਇਹ ਜਿਹੜਾ ਵਾਇਰਸ ਹੈਗਾ ਕੋਵਿਡ ਦਾ, ਇਹ RNA ਆ, ਰਾਈਬੋ ਨਿਊਕਲਿਕ ਐਸਿਡ। 2 ਟਾਈਪ ਦੇ ਵਾਇਰਸ ਹੁੰਦੇ, DNA ਵਾਇਰਸ ਤੇ RNA ਵਾਇਰਸ, ਤੇ ਇਹ RNA ਵਾਇਰਸ ਹੈਗਾ ਜੀ। ਡਾਕਟਰ ਸਾਹਿਬ ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੋਈ ਤੁਹਾਡਾ ਸਪਿਰਿਚੁਅਲ ਮੈਸੇਜ ਜਿਹਦੇ ਨਾਲ ਮੈਂ ਫਿਰ ਬਾਰ-ਬਾਰ ਉਹੀ ਗੱਲ ਕਰ ਰਿਹਾ ਕਿ ਇੱਕ ਵਾਰੀ ਜਦੋਂ ਸਵੇਰੇ ਅਖਬਾਰਾਂ ਦੇ ਵਿੱਚ ਤੇ ਨਿਊਜ਼ ਦੇ ਵਿੱਚ ਆਇਆ ਵੀ UK ਦੀਆਂ ਫਲਾਈਟਸ ਬੰਦ, ਲੋਕਾਂ ਦੇ ਵਿੱਚ ਫਿਰ ਇੱਕ ਵਾਰੀ ਡਰ ਤੇ ਸਹਿਮ ਪੈਦਾ ਹੋ ਗਿਆ ਵੀ ਇਹ ਫਿਰ ਕਿਤੇ ਇੱਕ ਹੋਰ ਚੀਜ਼ ਜਿਹੜੀ ਨਵੀਂ ਪੈਦਾ ਹੋ ਗਈ ਆ, ਪਹਿਲੀ ਨੇ ਅਜੇ ਪਿੱਛਾ ਨਹੀਂ ਸੀ ਛੱਡਿਆ। ਕਿੱਦਾਂ ਹੌਸਲੇ 'ਚ ਰਹਿ ਸਕਦੇ ਡਾਕਟਰ ਸਾਹਿਬ? ਦੇਖੋ ਹੌਸਲੇ 'ਚ ਇਹੀ ਆ ਵੀ ਤੁਸੀਂ ਅਗਰ ਘਰ ਦੇ ਵਿੱਚ ਹੈਗੇ ਹੋ, ਟਰੈਵਲਿੰਗ ਨਹੀਂ ਕਰ ਰਹੇ, ਤੇ ਤੁਹਾਡੇ ਵਾਇਰਸ ਦੇ ਨਾਲ ਵਾਹ ਪੈਣ ਦਾ ਰਸਤਾ ਹੈ ਨਹੀਂ ਜੀ। ਔਰ ਦੂਜੀ ਗੱਲ ਹੈਗੀ ਆ ਵੀ ਬਾਣੀ ਕਹਿੰਦੀ ਹੈ ਵੀ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾ।
ਵੀ ਅਗਰ ਮੈਂ ਪਰਮੇਸ਼ਵਰ ਦੀ ਆਰਾਧਨਾ ਕਰਦਾ, ਉਹਦਾ ਸੱਚਾ ਨਾਂ ਲੈਂਦਾ, ਤਾਂ ਮੈਂ ਜੀਵਿਤ ਹੈਗਾ ਰੂਹਾਨੀਅਤ ਤੌਰ ਤੇ। ਆਖਾਂ ਜੀਵਾਂ ਵਿਸਰੇ ਮਰ ਜਾਉਂ, ਸਰੀਰ ਤਾਂ ਮੇਰਾ ਹੈਗਾ ਲੇਕਿਨ ਅੰਦਰੋਂ ਦੀ ਮੈਂ ਸਪਿਰਿਚੁਅਲੀ ਖਤਮ ਆ। ਆਖਣ ਔਖਾ ਸਾਚਾ ਨਾ, ਜਿਹੜਾ ਪਰਮੇਸ਼ਵਰ ਦੀ ਆਰਾਧਨਾ ਕਰਨੀ ਹੈ ਨਾ ਸੱਚੇ ਦਿਲੋਂ ਹੋ ਕੇ, ਸੈਂਟਰਲ ਸਪਿਰਿਚੁਅਲ ਕੋਰ ਜਿਹਨੂੰ ਹਿਰਦਾ ਕਹਿੰਦੇ, ਉਹਦੇ 'ਚ ਜਾ ਕੇ ਔਖਾ। ਉਹਦੇ ਲਈ ਤੁਹਾਨੂੰ ਸਾਧਨਾ ਕਰਨੀ ਪੈਂਦੀ ਆ, ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਤਪੱਸਿਆ ਕਰਨੀ ਪੈਂਦੀ ਆ, ਡਿਸਪਲਿਨ ਲੱਗ ਕੇ ਆਉਣਾ ਪੈਂਦਾ। ਆਖਣ ਔਖਾ ਸਾਚਾ ਨਾ ਸੋ ਕਿਉ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾ। ਜੇ ਸਭ ਮਿਲ ਕੇ ਆਖਣ ਪਾਏ, ਅਸੀਂ ਸਾਰੇ ਮਿਲ ਕੇ ਹੁਣ ਨਾ ਕਹਿਣ ਲੱਗ ਪਏ, ਵੱਡਾ ਨਾ ਹੋਏ ਘਾਟ ਨਾ ਜਾਏ। ਉਹ ਸਾਡੇ ਕਹਿਣ ਦੇ ਨਾਲ ਪਰਮੇਸ਼ਰ ਨੇ ਨਾ ਵੱਡਾ ਹੋਣਾ ਨਾ ਘਟ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੁਆ ਨਾ ਕੋਈ। ਜਿਹੜਾ ਪਰਮੇਸ਼ਰ ਦੇ ਵਿੱਚ ਜਿਹੜੇ ਗੁਣ ਹੈਗੇ ਆ, ਕਿਸੇ ਦੇ ਵਿੱਚ ਨਹੀਂ ਆ ਸਕਦੇ, ਨਾ ਕਦੀ ਹੋਏ, ਨਾ ਹੋਣੇ, ਨਾ ਫਿਊਚਰ 'ਚ ਹੋਣੇ। ਔਰ ਉਹੀ ਜਿਹੜੇ ਗੁਣਾਂ ਦੇ ਆਧਾਰ ਦੇ ਉੱਤੇ ਭਗਤੀ ਕੀਤੀ ਜਾ ਸਕਦੀ ਆ। ਮੈਂ ਕਹਾਂਗਾ ਵੀ ਆਪਾਂ ਨਾ ਡਰੀਏ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਮਿਊਟੇਸ਼ਨ ਤਾਂ 17ਵਾਂ ਹੈ, ਇਹ ਤਾਂ ਹੋਣਾ ਸੀ, 18ਵਾਂ ਵੀ ਆਊਗਾ, ਹੋਰ ਕਈ ਮਹੀਨੇ ਬਾਅਦ ਆਪਾਂ ਇਹਦੇ ਉੱਤੇ ਪ੍ਰੋਗਰਾਮ ਵੀ ਕਰਾਂਗੇ, ਹੈ ਨਾ। ਚਿੰਤਾ ਨਾ ਕਰੀਏ, ਕਿਉਂਕਿ ਚਿੰਤਾ ਚਿਖਾ ਸਮਾਨ ਹੈ। ਚੱਚੇ ਤੋਂ 3 ਲਫ਼ਜ਼ ਹੁੰਦੇ ਆ। ਇਹ ਮੈਂ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਸੰਗਤ ਤੋਂ ਮੈਂ ਇਹ ਉਹਨਾਂ ਦੀ ਐਕਸਪਲੇਨੇਸ਼ਨ ਲੈ ਕੇ ਹੁਣ ਮੈਂ ਚਿੰਤਾ ਦੇ ਉੱਤੇ ਆ ਰਿਹਾ। ਜਦ ਮੈਂ ਦਸ਼ਮੇਸ਼ ਦੇ ਬਾਹਰ ਨਾ ਸਵੇਰੇ 4-4:30 ਵਜੇ ਆਸਾ ਕੀ ਵਾਰ ਤੋਂ ਬਾਅਦ ਦੀਵਾਨ ਕਰਦੇ ਹੁੰਦੇ ਸੀ, ਮੈਂ ਉਹਨਾਂ ਦੀ ਸੰਗਤ ਕੀਤੀ ਇੱਥੇ। ਉਹ ਬਹੁਤ ਥੋੜ੍ਹੇ ਟਾਈਮ ਹੀ ਰਹੇ ਸੀ ਇੱਥੇ। ਤਾਂ ਉਹ ਕਹਿੰਦੇ ਚੱਚੇ ਤੋਂ 3 ਲਫ਼ਜ਼ ਹੁੰਦੇ ਆ, ਚਿੰਤਾ, ਚੇਤਾ ਤੇ ਚਿਖਾ। ਚਿੰਤਾ ਨੂੰ ਪਰਮੇਸ਼ਵਰ ਦੇ ਚੇਤੇ 'ਤੇ ਲੈ ਜਾਓ, ਅਤੇ ਜਿਹੜੀ ਚਿਖਾ ਆ ਉਹਦੀ ਜਿਹੜੀ ਅੱਗ ਆ ਉਸ ਤੋਂ ਬਚ ਜਾਓਗੇ। ਸੋ ਅਗਰ ਚਿੰਤਾ ਆ ਰਹੀ ਹੈ ਤਾਂ ਪਰਮੇਸ਼ਵਰ ਦੇ ਸਾਹਮਣੇ ਨਮਸਕਾਰ ਹੋਈਏ, ਡੰਡੋਤ ਕਰੀਏ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਭਰਪੂਰ। ਸੋ ਉਹ ਜਿਹੜਾ ਸਰਬ ਕਲਾ ਭਰਪੂਰ ਹੈ, ਉਹਦੇ ਸਾਹਮਣੇ ਝੁਕ ਜਾਈਏ। ਠਾਕੁਰ ਤੁਮ ਸ਼ਰਨਾਈ ਆਇਆ, ਉਤਰ ਗਿਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਉਹਦੀ ਸ਼ਰਨ 'ਚ ਜਦੋਂ ਆ ਜਾਂਦੇ ਆ, ਫਿਰ ਉਹ ਸਾਨੂੰ ਪ੍ਰੋਟੈਕਸ਼ਨ ਦਿੰਦਾ, ਸਾਡੇ ਸਿਰ 'ਤੇ ਹੱਥ ਰੱਖਦਾ। ਸੋ ਆਪਾਂ ਮਨ ਨੂੰ, ਆਪਣੀ ਆਤਮਾ ਨੂੰ ਵੀ ਬੁਲੰਦ ਰੱਖਣਾ। ਸਰੀਰ ਦਾ ਕੰਮ ਸਾਡਾ ਆ, ਇਨਫੋਰਮੇਸ਼ਨ ਦੇਣਾ, ਟੀਕੇ ਲਾਉਣ ਦਾ ਵੀ ਕੰਮ ਸਾਡੇ ਡਿਪਾਰਟਮੈਂਟ ਦਾ, ਅਸੀਂ ਜ਼ਰੂਰ ਕਰਾਂਗੇ। ਲੇਕਿਨ ਮਨ ਔਰ ਆਤਮਾ ਦਾ, ਉਹਦੀ ਭਗਤੀ ਤੁਹਾਨੂੰ ਕਰਨੀ ਪੈਣੀ ਹੈ, ਜ਼ਰੂਰ ਕਰਿਆ ਕਰੋ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ। ਸਾਰਿਆਂ ਨੂੰ ਨਵਾਂ ਸਾਲ ਮੁਬਾਰਕ, ਹੈਪੀ ਹੌਲੀਡੇਜ਼। ਥੈਂਕ ਯੂ ਜੀ, ਧੰਨਵਾਦ ਡਾਕਟਰ ਸਾਹਿਬ। ਦੋਸਤੋ, ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਬਹੁਤ ਸਾਰੀਆਂ ਚਿੰਤਾਵਾਂ ਇਹਨਾਂ ਨੇ ਦੂਰ ਕੀਤੀਆਂ। ਔਰ ਜਿਹੜੀ ਹੁਣ ਤੱਕ ਦੀ ਗੱਲ ਦਾ ਨਿਚੋੜ ਇਹੀ ਹੈ ਕਿ ਮਿਊਟੇਸ਼ਨ ਕਿਹੜੀ ਹੈਗੀ ਹੈ ਅਤੇ ਕਿੰਨੀਆਂ ਹੋਰ ਹੋਣੀਆਂ, ਪਰ ਤਰੀਕਾ ਇੱਕੋ ਹੀ ਹੈ। ਸੋਸ਼ਲ ਡਿਸਟੈਂਸਿੰਗ, ਮਾਸਕ, ਜਿੰਨਾ ਬਚਾਅ ਰੱਖ ਸਕਦੇ ਹਾਂ, ਅਨਨੈਸੈਸਰੀ ਕਿਤੇ ਵੀ ਘੁੰਮਣ ਨਾ ਜਾਈਏ, ਜਿੰਨਾ ਬਚਾਅ ਰੱਖ ਸਕਦੇ ਹਾਂ। ਇੱਕੋ ਹੀ ਇੱਕ ਇਲਾਜ ਹੈ ਇਸ ਵੇਲੇ ਇਹਦਾ ਹੈਗਾ, ਜਿੰਨਾ ਚਿਰ ਵੈਕਸੀਨ ਨਹੀਂ ਲੱਗਦੀ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਨਵੇਂ ਵਿਸ਼ੇ ਤੇ ਨਵੀਂ ਸ਼ਖਸੀਅਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।